ਜਦੋਂ ਉਹਦੇ ਨਾਲ ਜ਼ਿੰਦਗੀ ਨਾਲ ਖਹਿੰਦਾ ਹੋਇਆ ਥੀਏਟਰ ਜਾ ਕੇ ਪੇਸ਼ ਹੋਇਆ ਨਾ, ਜਿਹੜਾ ਜ਼ਿੰਦਗੀ ਨਾਲ ਸਿੱਧਾ ਹੀ ਦਸਤ ਪੰਜਾ ਲੈਂਦਾ ਤੇ ਰਾਜਸੀ ਚੇਤਨਾ ਵਾਲਾ, ਤੇ ਲੋਕਾਂ ਨੂੰ ਇਹ ਲੱਗਾ ਕਿ ਹਾਂ ਯਾਰ ਆ ਇੱਕ ਅਲੱਗ ਤਰ੍ਹਾਂ ਦਾ ਰੰਗਮੰਚ ਆ ਗਿਆ। ਤੁਸੀਂ ਬੜੀਆਂ ਡੂੰਘੀਆਂ ਗੱਲਾਂ ਕੀਤੀਆਂ। ਕਹਿੰਦੇ ਕੈਨੇਡਾ ਇੰਗਲੈਂਡ ਵਾਲੇ ਜਿਹੜੇ ਨੇ ਉਹ ਤੇ ਡਾਲਰਾਂ 'ਚ ਰੁਲੇ ਹੁੰਦੇ। ਜਿਹੜੀ ਜਨਰਲ ਪਰਸੈਪਸ਼ਨ ਹੁੰਦੀ ਹੈ ਜੀ ਵੀ ਉੱਥੇ ਡਾਲਰਾਂ ਪਾਉਂਡਾਂ 'ਚ ਖੇਡਦੇ ਨੇ ਲੋਕੀ, ਸ਼ਾਇਦ ਡਾਲਰਾਂ ਪਾਉਂਡਾਂ ਦੀ ਸੁਪਨੇ ਲੈਂਦੇ ਆ, ਸ਼ਾਇਦ ਉਹ ਬਹੁਤ ਖੁਸ਼ਹਾਲ ਜ਼ਿੰਦਗੀ ਹੀ ਜਿਉਂਦੇ ਆ, ਹੈ ਨਾ, ਇਹ ਸਾਰੀਆਂ ਚੀਜ਼ਾਂ। ਲੇਕਿਨ ਜਦੋਂ ਤੁਸੀਂ ਅੰਦਰ ਜਾਂਦੇ ਹੋ ਫਿਰ ਤੁਹਾਨੂੰ ਪਤਾ ਲੱਗਦਾ ਹੈ ਕਿ ਜ਼ਿੰਦਗੀ ਦਾ ਸੰਘਰਸ਼ ਹਰ ਜਗ੍ਹਾ ਹੀ ਹੈਗਾ ਆ। ਜਿਵੇਂ ਕਹੇ ਕੁਛ ਲੇਡੀ ਕਹਿੰਦੀਆਂ ਗੱਲਾਂ ਕਰਨੀਆਂ, ਇੱਕ ਆਮ ਗੱਲ ਕਹੀ ਜਾਂਦੀ ਹੈ ਵੀ ਭਾਵੇਂ ਉੱਥੇ ਡਾਲਰਾਂ ਦੀ ਭਰਮਾਰ, ਵੈਸੇ ਇਹ ਵੀ ਮੈਥੋਂ ਗਲਤ ਹੋ ਗਈ, ਹੁਣ ਬੜੀ ਮਿਹਨਤ ਕਰਨੀ ਪੈਂਦੀ ਹੈ। ਕਿਤੇ ਨਾ ਕਿਤੇ ਉਹਨਾਂ ਵਿੱਚ ਆਪਣੇ ਪੰਜਾਬ ਦਾ, ਆਪਣੇ ਧਰਤ ਦਾ ਉਦਰੇਵਾਂ ਨਜ਼ਰ ਆਇਆ ਕਿਤੇ ਤਾਂ? ਇੱਕ ਇਹੋ ਜਿਹਾ ਮਾਹੌਲ ਸਿਰਜਿਆ ਜਾ ਰਿਹਾ ਰਾਜਸੀ ਤੌਰ ਦੇ ਉੱਤੇ, ਜਿਵੇਂ ਪੰਜਾਬ ਨੂੰ ਕੋਈ ਸਜ਼ਾ ਦਿੱਤੀ ਜਾ ਰਹੀ ਹੋਵੇ ਕਿਸੇ ਗੱਲ ਦੀ। ਮਾਂ-ਬਾਪ ਨੇ ਜਿਹੜੇ ਪੰਜਾਬ ਦਾ, ਉਹਦਾ ਸੰਕਟ ਸਭ ਤੋਂ ਵੱਡਾ ਆ। ਉਹ ਕਰੇ ਤਾਂ ਕੀ ਕਰੇ? ਜਦੋਂ ਤਾਂ ਉਹ ਆਪਣੇ ਬੱਚੇ ਨੂੰ, ਆਪਣੇ ਮੁੰਡੇ ਕੁੜੀ ਨੂੰ ਕਿਸੇ ਸੰਘਰਸ਼ ਵਿੱਚ ਜਾਂਦਾ ਹੋਇਆ ਦੇਖਦਾ, ਉਹਦਾ ਮਾਣ ਨਾਲ ਸੀਨਾ ਤੇ ਚੌੜਾ ਹੁੰਦਾ, ਪਰ ਨਾਲ ਫਿਕਰ ਜਾਗਦਾ ਕਿ ਇਹਨੂੰ ਕੁਝ ਹੋ ਵੀ ਸਕਦਾ, ਔਰ ਹੁੰਦਾ ਉਹਨੇ ਦੇਖਿਆ ਆ। ਆਪਾਂ ਨੂੰ ਲੱਗਦਾ ਕਿ ਹਿੰਦੁਸਤਾਨ 'ਚ ਬੀਜੇਪੀ ਰਾਜ ਕਰ ਰਹੀ ਹੈ, ਆਪਾਂ ਨੂੰ ਲੱਗਦਾ ਪੰਜਾਬ 'ਚ ਆਪ ਰਾਜ ਕਰ ਰਹੀ ਹੈ, ਉੱਥੇ ਉਹ ਰਾਜ ਕਰ ਰਿਹਾ, ਕਦੇ ਲੱਗਦਾ ਕਾਂਗਰਸ ਰਾਜ ਕਰ ਰਹੀ ਹੈ। ਲੇਕਿਨ ਹੁਣ ਤੇ ਲੋਕਾਂ ਨੂੰ ਕਲੀਅਰ ਹੋ ਰਿਹਾ ਕਿ ਰਾਜ ਤਾਂ ਕਾਰਪੋਰੇਟ ਕਰ ਰਹੀ ਹੈ। ਇੱਕ ਤੰਤਰ ਹੈ ਇੱਕ ਪੂਰਾ, ਉਸ ਤੰਤਰ ਦੀ ਤੁਸੀਂ ਇੱਕ ਤੰਦ ਫੜੀ ਹੈ ਮੁੱਖ ਮੰਤਰੀ ਨੇ ਵੀ ਜੁਰਮਾਨਾ ਕਰ ਦਿਆਂਗੇ ਜੇ ਤੁਸੀਂ ਨਹੀਂ ਵਰਤੋਗੇ, ਹੈ ਨਾ। ਲੇਕਿਨ ਜੇ ਸੱਚੀ ਮੁੱਚੀ ਉਹ ਮਸਲੇ ਨੂੰ ਜੜ ਤੋਂ ਫੜਨਾ ਚਾਹੁੰਦੇ ਨੇ ਤਾਂ ਫਿਰ ਉਹਨੂੰ ਹੋਰ ਵੀ ਬਹੁਤ ਕੁਝ ਫੜਨਾ ਪਊਗਾ ਕਿ ਪੰਜਾਬੀ ਭਾਸ਼ਾ 'ਚ ਪੜ੍ਹਾਈ ਕਰਕੇ ਮੈਨੂੰ ਰੁਜ਼ਗਾਰ ਵੀ ਮਿਲੇ। ਇਹ ਨਾ ਹੋਵੇ ਕਿ ਰੁਜ਼ਗਾਰ ਲਈ ਮੈਨੂੰ ਹਿੰਦੀ ਤੇ ਇੰਗਲਿਸ਼ ਪੜ੍ਹਨੀ ਪਵੇ। ਮੁੱਦਾ ਇਹ ਹੈ। ਇਨਕਮ ਟੈਕਸ ਡਿਪਾਰਟਮੈਂਟ ਕਿਹਨੂੰ ਤਲਬ ਕਰ ਰਿਹਾ? ਰਣਜੀਤ ਬਾਵਾ ਨੂੰ, ਕੰਵਰ ਗਰੇਵਾਲ ਨੂੰ। ਜਦ ਕਿ ਸਾਨੂੰ ਪਤਾ ਹੈ ਕਿ ਜਿਹੜਾ ਪੰਜਾਬੀ ਗਾਇਕੀ ਦਾ ਸਟਾਰਡਮ ਹੈ, ਉਹ ਪੰਜਾਬੀ ਗਾਇਕੀ ਦੇ ਸਟਾਰਡਮ ਦੇ ਸਿਖਰਲੇ ਪੌਡੇ ਤੇ ਇਹਨਾਂ ਦੋਨਾਂ ਵਿੱਚੋਂ ਕੋਈ ਵੀ ਨਹੀਂ ਬੈਠਾ। ਪਰ ਲੱਗਦਾ ਨਹੀਂ ਵੀ ਇਹ ਜਿਹੜੇ ਪੁਰਸਕਾਰ ਆ ਇਹਨਾਂ ਲੇਖਾਂ ਵਿੱਚ ਬਹੁਤ ਖਲਾਰਾ ਪਾ ਕਿ ਪੰਜਾਬ ਦੇ ਲੋਕ ਸਵਾਲ ਕਰਨ ਵਾਲੇ ਪਾਸੇ ਨੂੰ ਤੁਰ ਰਹੇ ਨੇ। ਹੌਲੀ ਹੌਲੀ ਅਸੀਂ ਸਿੱਖਣਾ ਆ ਕਿ ਇਹਨਾਂ ਸਵਾਲਾਂ ਨੂੰ ਤਿੱਖੇ ਕਿੱਦਾਂ ਕਰਨਾ, ਤੇ ਤਿੱਖੇ ਰੱਖਦਿਆਂ ਹੋਇਆਂ ਵੀ ਤਹਿਜ਼ੀਬ ਦਾ ਪੱਲਾ ਕਿੱਦਾਂ ਫੜੀ ਰੱਖਣਾ। ਸ਼ੀਸ਼ਾ ਬੋਲਦਾ ਸੱਚ। ਅੱਜ ਤੁਹਾਡੇ ਨਾਲ ਕੁਝ ਨਵੇਕਲੀਆਂ ਗੱਲਾਂ ਕਰਾਂਗੇ, ਕਲਾਕਾਰਾਂ ਦੀਆਂ ਗੱਲਾਂ ਕਰਾਂਗੇ, ਔਰ ਖਾਸ ਕਰਕੇ ਇੱਕ ਲੇਖਕ ਦੀ ਸਮਾਜ ਲਈ ਕੀ ਜ਼ਿੰਮੇਵਾਰੀ, ਉਹਦੀ ਵੀ ਗੱਲ ਕਰਾਂਗੇ। ਡਾਕਟਰ ਸਾਹਿਬ ਸਿੰਘ ਪ੍ਰਮੁੱਖ ਨਾਟਕਕਾਰ ਇੰਗਲੈਂਡ ਤੇ ਕੈਨੇਡਾ ਦਾ ਦੌਰਾ ਕਰਕੇ ਆਏ ਨੇ। ਉਹਨਾਂ ਨੂੰ ਪੁੱਛਾਂਗੇ ਕੈਨੇਡਾ ਤੇ ਇੰਗਲੈਂਡ ਵਿੱਚ ਪੰਜਾਬੀ ਕਿਵੇਂ ਵੱਸਦੇ ਨੇ, ਔਰ ਪੰਜਾਬ ਦੇ ਜਿਹੜੇ ਪੰਜਾਬੀ ਨੇ ਉਹ ਕਿਉਂ ਕੈਨੇਡਾ ਤੇ ਅਮਰੀਕਾ ਭੱਜਦੇ ਨੇ। ਇਹ ਸਾਰੀ ਚਰਚਾ ਅੱਜ ਕਰਾਂਗੇ ਡਾਕਟਰ ਸਾਹਿਬ ਸਿੰਘ ਉਹਨਾਂ ਨਾਲ। ਜੀ ਆਇਆਂ ਜੀ। ਜੀ ਬਹੁਤ ਮਿਹਰਬਾਨੀ। ਡਾਕਟਰ ਸਾਹਿਬ ਕਿਵੇਂ ਦਾ ਰਿਹਾ ਟੂਰ ਤੁਹਾਡਾ ਇੰਗਲੈਂਡ ਤੇ ਕੈਨੇਡਾ ਦਾ? ਬਹੁਤ ਹੀ ਸ਼ਾਨਦਾਰ। ਮਤਲਬ ਮੇਰੀ ਜ਼ਿੰਦਗੀ 34 ਸਾਲ ਹੋ ਗਏ ਰੰਗਮੰਚ ਕਰਦੇ ਨੂੰ। 34 ਸਾਲ ਦੇ ਵਿੱਚ ਜੇ ਕੋਈ ਬਹੁਤ ਸੁਖਾਵੀਆਂ ਘਟਨਾਵਾਂ ਵਾਪਰੀਆਂ ਜਿਨ੍ਹਾਂ ਤੇ ਮਾਣ ਮਹਿਸੂਸ ਹੁੰਦਾ, ਉਹਨਾਂ ਵਿੱਚੋਂ ਇੱਕ ਇਹ ਵਾਪਰੀ ਹੈ ਕਿ ਜਦੋਂ ਮੈਂ ਪਿਛਲੇ ਸਾਲ ਇੰਗਲੈਂਡ ਗਿਆ, 2 ਮਹੀਨੇ ਦਾ ਟੂਰ ਸੀ, ਉਹ ਵੀ ਬਹੁਤ ਸ਼ਾਨਦਾਰ ਰਿਹਾ। ਉਦੋਂ ਸਮਾਂ ਵਾਲੀ ਡਾਂਗ ਦੇ ਸ਼ੋਅ ਸੀ, ਤੇ ਹੁਣ ਜਿਵੇਂ ਧੰਨ ਲਿਖਾਰੀ ਨਾਨਕਾ ਦੇ ਸ਼ੋਅ ਕੀਤੇ ਇੰਗਲੈਂਡ 'ਚ 2 ਮਹੀਨੇ, 2.25 ਮਹੀਨੇ, ਫਿਰ 35 ਦਿਨ ਕੈਨੇਡਾ ਦੇ ਵਿੱਚ। ਜੋ ਪ੍ਰਭਾਵ ਉੱਥੇ ਨਾਟਕ ਦਾ ਪਿਆ, ਔਰ ਜਿਸ ਤਰ੍ਹਾਂ ਦਾ ਦਰਸ਼ਕਾਂ ਦਾ ਰਿਸਪੌਂਸ ਸੀ, ਜਿਸ ਤਰ੍ਹਾਂ ਦਾ ਪਿਆਰ ਮੁਹੱਬਤ ਮਿਲੀ ਹੈ, ਔਰ ਜਿਸ ਤਰ੍ਹਾਂ ਹੁਣੇ ਕਹਿ ਰਹੇ ਨੇ ਕਿ ਦੁਬਾਰਾ ਕਦੋਂ ਆਉਂਗੇ, ਤੇ ਉਹ ਇੱਕ ਅਲੱਗ ਤਰ੍ਹਾਂ ਦੀ ਚਰਚਾ ਚੱਲੀ, ਅਲੱਗ ਤਰ੍ਹਾਂ ਦੀ ਹਿਲਜੁਲ ਹੋਈ ਹੈ। ਦਰਅਸਲ ਤੁਸੀਂ ਲੈ ਕੇ ਕੀ ਗਏ ਸੀ ਉਹਨਾਂ ਲਈ? ਅਸਲ 'ਚ ਮੈਂ ਧੰਨ ਲਿਖਾਰੀ ਨਾਨਕਾ ਇੱਕ ਵਿਚਾਰ ਉਤੇਜਕ ਨਾਟਕ ਹੈ ਜਿਹੜਾ, ਕਿਉਂਕਿ ਬਾਹਰ ਕੀ ਹੋਇਆ ਕਿ ਜ਼ਿਆਦਾਤਰ ਇੰਗਲੈਂਡ ਕੈਨੇਡਾ ਦੇ ਵਿੱਚ 2 ਤਰ੍ਹਾਂ ਦੇ ਨਾਟਕ ਜਾਂਦੇ ਰਹੇ, ਜਾਂ ਤੇ ਧਾਰਮਿਕ ਨਾਟਕ, ਧਾਰਮਿਕ ਇਤਿਹਾਸਕ ਨਾਟਕ, ਜਾਂ ਫਿਰ ਕਾਮੇਡੀ ਨਾਟਕ। ਹੁਣ ਇਹ ਨਾਟਕ ਨਾ ਤਾਂ ਧਾਰਮਿਕ ਸੀ, ਨਾ ਹੀ ਇਹ ਕਾਮੇਡੀ ਨਾਟਕ ਸੀ। ਇਹ ਇੱਕ ਇੰਟੈਂਸ ਨਾਟਕ ਸੀਗਾ ਜਿਹਦੇ ਵਿੱਚ ਵਿਚਾਰਾਂ ਦੀ ਗੱਲ ਹੈ, ਸੋਚ ਦੀ ਗੱਲ ਹੈ, ਰਾਜਸੀ ਚੇਤਨਾ ਵੀ ਹੈ, ਸਮਾਜਿਕ ਚੇਤਨਾ ਵੀ ਹੈਗੀ ਹੈ, ਲੇਖਕ ਦੀ ਜ਼ਿੰਮੇਵਾਰੀ, ਕਲਾਕਾਰ ਦੀ ਜ਼ਿੰਮੇਵਾਰੀ, ਸਮਾਜ ਨਾਲ ਰਿਸ਼ਤਾ, ਬਹੁਤ ਸਾਰੀਆਂ ਗਹਿਰ ਗੰਭੀਰ ਗੱਲਾਂ ਤੇ ਅੱਜ ਦੀਆਂ ਗੱਲਾਂ, ਜੋ ਕੁਛ ਅੱਜ ਵਾਪਰ ਰਿਹਾ। ਤੁਸੀਂ ਬੜੀਆਂ ਡੂੰਘੀਆਂ ਗੱਲਾਂ ਕੀਤੀਆਂ। ਕਹਿੰਦੇ ਕੈਨੇਡਾ ਇੰਗਲੈਂਡ ਵਾਲੇ ਜਿਹੜੇ ਨੇ ਉਹ ਤੇ ਡਾਲਰਾਂ 'ਚ ਰੁਲੇ ਹੁੰਦੇ ਆ। ਦੇਖੋ ਇਹ ਹੈ ਕਲਾਕਾਰ ਦੀ ਅਸਲ ਦੇ ਵਿੱਚ ਨਾ ਇਹੀ ਜ਼ਿੰਮੇਵਾਰੀ ਬਣਦੀ ਹੈ ਕਿ ਜਿੱਥੇ ਜੋ ਨਹੀਂ ਹੋ ਸਕਦਾ
ਓਪਰੀ ਸਤਹ ਦੇ ਵਿੱਚ ਜਿੱਥੇ ਲੱਗਦਾ ਵੀ ਇੱਥੇ ਇਹ ਗੱਲਾਂ ਨਹੀਂ ਹੋ ਸਕਦੀਆਂ, ਉੱਥੇ ਜਾ ਕੇ ਵੀ ਉਹ ਇੱਕ ਖਤਰਾ ਵੀ ਮੁੱਲ ਲਵੇ, ਲੇਕਿਨ ਉਹਨੂੰ ਗੱਲ ਕਰਨ ਦੀ ਤਮੀਜ਼ ਵੀ ਹੋਵੇ, ਅਕਲ ਵੀ ਰਾਹ ਹੋਵੇ। ਦਸੇਰਾ ਹੁੰਦਾ ਕਲਾਕਾਰ, ਰਾਹ ਦਸੇਰਾ ਹੁੰਦਾ। ਉਸ ਤਰ੍ਹਾਂ ਦੀਆਂ ਗੱਲਾਂ ਕਰੇ, ਉਹ ਉਸ ਤਰ੍ਹਾਂ ਦੀਆਂ ਨਾ ਕਰੇ ਜਿਹੜੀਆਂ ਕਰਨੀਆਂ ਸੌਖੀਆਂ ਨੇ, ਹੈਨਾ। ਉਹ ਸੌਖੀਆਂ ਨਹੀਂ ਹੈ ਗੱਲਾਂ, ਇੱਥੇ ਵੀ ਕਰਨੀਆਂ ਸੌਖੀਆਂ ਨਹੀਂ, ਉੱਥੇ ਜਾ ਕੇ ਵੀ ਕਰਨੀਆਂ ਸੌਖੀਆਂ ਨਹੀਂ। ਜਿਹੜੀ ਜਨਰਲ ਪਰਸੈਪਸ਼ਨ ਹੁੰਦੀ ਹੈ ਵੀ ਉੱਥੇ ਡਾਲਰਾਂ ਪਾਉਂਡਾਂ 'ਚ ਖੇਡਦੇ ਨੇ ਲੋਕੀ, ਸ਼ਾਇਦ ਡਾਲਰਾਂ ਪਾਉਂਡਾਂ ਦੀ ਸੁਪਨੇ ਲੈਂਦੇ ਆ, ਸ਼ਾਇਦ ਉਹ ਬਹੁਤ ਖੁਸ਼ਹਾਲ ਜ਼ਿੰਦਗੀ ਹੀ ਜਿਉਂਦੇ ਆ, ਉਹਨਾਂ ਦੀ ਜ਼ਿੰਦਗੀ ਵਿੱਚ ਸ਼ਾਇਦ ਮੁਸ਼ਕਲਾਂ ਨਹੀਂ ਆ, ਔਕੜਾਂ ਨਹੀਂ ਆ, ਚੁਣੌਤੀਆਂ ਨਹੀਂ ਹੈ, ਹੈਨਾ, ਇਹ ਸਾਰੀਆਂ ਚੀਜ਼ਾਂ। ਲੇਕਿਨ ਜਦੋਂ ਤੁਸੀਂ ਅੰਦਰ ਜਾਂਦੇ ਹੋ ਫਿਰ ਤੁਹਾਨੂੰ ਪਤਾ ਲੱਗਦਾ ਹੈ ਕਿ ਜ਼ਿੰਦਗੀ ਦਾ ਸੰਘਰਸ਼ ਹਰ ਜਗ੍ਹਾ ਹੀ ਹੈਗਾ ਆ, ਹੈਨਾ। ਉਹਦੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਧਾਰਾਵਾਂ ਨੇ, ਕਿਤੇ ਸੰਘਰਸ਼ ਬਹੁਤ ਜ਼ਿਆਦਾ ਹੈ, ਸਖਤ ਹੈ, ਕਿਤੇ ਸੰਘਰਸ਼ ਥੋੜਾ ਹੈ। ਕੋਈ ਸੰਘਰਸ਼ ਤੋਂ ਬਾਅਦ ਕਾਮਯਾਬ ਹੋ ਜਾਂਦਾ, ਕੋਈ 15 ਸਾਲ ਹੋ ਗਏ ਨੂੰ ਹਾਲੇ ਵੀ ਉਹ ਸੰਘਰਸ਼ ਕਰ ਰਿਹਾ ਜ਼ਿੰਦਗੀ ਦਾ, ਤੇ ਸੰਘਰਸ਼ ਵੀ ਕੋਈ ਇੱਕ ਤਰ੍ਹਾਂ ਦਾ ਨਹੀਂ ਹੁੰਦਾ। ਜਦੋਂ ਉਹਦੇ ਨਾਲ ਜ਼ਿੰਦਗੀ ਨਾਲ ਖਹਿੰਦਾ ਹੋਇਆ ਥੀਏਟਰ ਜਾ ਕੇ ਪੇਸ਼ ਹੋਇਆ ਨਾ, ਜਿਹੜਾ ਜ਼ਿੰਦਗੀ ਨਾਲ ਸਿੱਧਾ ਹੀ ਦਸਤ ਪੰਜਾ ਲੈਂਦਾ ਤੇ ਰਾਜਸੀ ਚੇਤਨਾ ਵਾਲਾ, ਤੇ ਲੋਕਾਂ ਨੂੰ ਐ ਲੱਗਾ ਕਿ ਯਾਰ ਆ ਇੱਕ ਅਲੱਗ ਤਰ੍ਹਾਂ ਦਾ ਰੰਗਮੰਚ ਆ ਗਿਆ। ਇਹ ਤੇ ਉਹ ਗੱਲਾਂ ਕਰ ਰਿਹਾ ਜਿਹੜੀਆਂ ਆਮ ਤੌਰ ਤੇ ਨਹੀਂ ਕਰਦੇ ਅਸੀਂ, ਹੈਨਾ। ਖੁੰਡ ਚਰਚਾ 'ਚ ਵੀ ਨਹੀਂ ਗੱਲਾਂ ਕਰਦੇ ਉਹ ਗੱਲਾਂ, ਔਰ ਗੱਲਾਂ ਇੰਨੇ ਸੌਖੇ ਤਰੀਕੇ ਨਾਲ ਸਰਲ ਸ਼ਬਦਾਂ ਵਿੱਚ ਹੋ ਰਹੀਆਂ, ਜਿਹੜੀਆਂ ਕਿ ਗੱਲਾਂ ਦਾ ਪ੍ਰਵਾਹ ਲੋਕਾਂ ਤੱਕ ਪਹੁੰਚਿਆ, ਲੋਕਾਂ ਤੱਕ ਪਹੁੰਚ ਕੇ ਫਿਰ ਵਾਪਸ ਮੇਰੇ ਤੱਕ ਆਇਆ। ਹਰ ਥੀਏਟਰ ਸ਼ੋਅ ਤੋਂ ਬਾਅਦ ਲੋਕਾਂ ਦੇ ਨਾਲ ਵਿਚਾਰ ਚਰਚਾ ਹੋਈ, ਲੋਕਾਂ ਦੇ ਵਿਊਜ਼ ਆਏ, ਲੋਕੀ ਮਿਲ ਕੇ ਜਾਂਦੇ ਸੀ, ਪਿਆਰ ਵੀ ਸਤਿਕਾਰ ਵੀ ਦਿੰਦੇ ਸੀ, ਗੱਲਾਂ ਵੀ ਕਰਦੇ ਸੀ, ਔਰ ਇਹ ਵੀ ਕੋਸ਼ਿਸ਼ ਕਰਦੇ ਸੀ ਕਿ ਅਸੀਂ ਫਿਰ ਮਿਲੀਏ, ਬੈਠੀਏ, ਤੁਹਾਡੇ ਨਾਲ ਗੱਲਾਂ ਕਰੀਏ। ਹਰ ਸ਼ਹਿਰ ਦੇ ਵਿੱਚ ਇਦਾਂ ਹੋਇਆ, ਲੋਕਾਂ ਨਾਲ ਚਰਚਾਵਾਂ ਹੋਈਆਂ। ਸਿਰਫ ਇਹ ਨਹੀਂ ਵੀ ਲੇਖਕ ਸਮੂਹਾਂ ਨਾਲ ਬੈਠ ਕੇ ਰੂਬਰੂ ਕਰ ਲਿਆ, ਕੁਝ ਆਮ ਸਧਾਰਨ ਲੋਕਾਂ ਨੇ, ਕਈ ਜਗ੍ਹਾ ਔਰਤਾਂ ਨੇ ਕਿਹਾ ਕਿ ਅਸੀਂ 10-15 ਔਰਤਾਂ ਤੁਹਾਡੇ ਨਾਲ ਕੁਝ ਗੱਲਾਂ ਕਰਨੀਆਂ ਚਾਹੁੰਦੇ ਆ, ਇੱਕ ਘਰ ਦੇ ਵਿੱਚ ਅਸੀਂ ਇਕੱਠੀਆਂ ਹੋਵਾਂਗੇ, ਦੱਸੋ ਕਦੋਂ ਸਮਾਂ ਕੱਢਦੇ ਹੋ। ਏਦਾਂ ਹੀ ਹੋਰ ਬਹੁਤ ਸਾਰੇ ਬੰਦੇ, ਕੁਝ ਗਾਇਕ, ਕੁਝ ਸਟੂਡੀਓਜ਼ ਵਾਲੇ, ਕੁਝ ਜਨਰਲ ਗੁਰਦੁਆਰਿਆਂ ਵਾਲੇ, ਅਲੱਗ-ਅਲੱਗ ਤਰ੍ਹਾਂ ਦੇ ਗੁਰਦੁਆਰਿਆਂ ਵਾਲੇ, ਮਤਲਬ ਬਹੁਤ ਹੀ ਜਿਹਨੂੰ ਕਹ ਲਓ ਨਾ ਕਿ ਡਿਫਰੈਂਟ ਤਰ੍ਹਾਂ ਦੇ ਲੋਕਾਂ ਦੇ ਨਾਲ ਇੱਕ ਇੰਟਰੈਕਸ਼ਨ ਕਰਕੇ ਆਇਆ ਮੈਂ, ਕੱਲਾ ਨਾਟਕ ਨਹੀਂ ਕਰਕੇ ਆਇਆ। ਜਦੋਂ ਤੁਸੀਂ ਉਹਨਾਂ ਨਾਲ ਗੱਲਾਂ ਕਰਦੇ ਸੀ, ਜਿਵੇਂ ਕਹੇ ਕੁਝ ਲੇਡੀ ਕਹਿੰਦੀਆਂ ਗੱਲਾਂ ਕਰਨੀਆਂ, ਇੱਕ ਆਮ ਗੱਲ ਕਹੀ ਜਾਂਦੀ ਹੈ ਵੀ ਭਾਵੇਂ ਉੱਥੇ ਡਾਲਰਾਂ ਦੀ ਭਰਮਾਰ, ਵੈਸੇ ਇਹ ਵੀ ਮੈਥੋਂ ਗਲਤ ਹੋ ਗਈ, ਹੁਣ ਬੜੀ ਮਿਹਨਤ ਕਰਨੀ ਪੈਂਦੀ ਹੈ। ਕਿਤੇ ਨਾ ਕਿਤੇ ਉਹਨਾਂ ਵਿੱਚ ਆਪਣੇ ਪੰਜਾਬ ਦਾ, ਆਪਣੇ ਧਰਤ ਦਾ ਉਦਰੇਵਾਂ ਨਜ਼ਰ ਆਇਆ ਕਿਤੇ ਤੁਹਾਨੂੰ? ਦੇਖੋ, ਜਿਹੜੀ ਤਾਂ ਉਦਰੇਵੇਂ ਵਾਲੀ ਗੱਲ ਹੈ ਉਹ ਬਹੁਤ ਘਟ ਗਈ ਹੈ ਹੁਣ। ਲੋਕਾਂ ਨੂੰ ਉੱਥੇ ਇਹ ਗੱਲ ਸਮਝ ਆ ਗਈ ਹੈ ਕਿ ਜੇ ਅਸੀਂ ਇੰਗਲੈਂਡ 'ਚ ਰਹਿੰਦੇ ਹਾਂ 25-30 ਸਾਲ ਤੋਂ ਜਾਂ 15 ਜਾਂ 10 ਸਾਲ ਤੋਂ, ਤੇ ਇਹ ਵੀ ਸਾਡਾ ਮੁਲਕ ਹੈ ਹੁਣ, ਮਤਲਬ ਜਿੱਥੇ ਰਹਿ ਰਹੇ ਹਾਂ, ਲੇਕਿਨ ਜੜ੍ਹਾਂ ਪਿੱਛੇ ਹੈਗੀਆਂ, ਉਹ ਜੜ੍ਹਾਂ ਪ੍ਰਤੀ ਫਿਕਰ ਹੈਗਾ। ਇੱਕ ਸਟੇਜ ਸੀਗੀ ਪਹਿਲਾਂ ਸੀਗੀ ਵੀ ਉਦਰੇਵਾਂ, ਵੀ ਹਾਏ ਸਾਡਾ ਪਿੰਡ ਸਾਡੇ ਤੋਂ ਵਿਛੜ ਗਿਆ, ਹਾਏ ਸਾਡੇ ਪੇਂਡੂ ਵਿਛੜ ਗਏ, ਹਾਏ ਸਾਡੀ ਜ਼ਮੀਨ ਵਿਛੜ ਗਈ, ਖੇਤ ਨਹੀਂ ਰਹੇ, ਖੂਹਾਂ ਟਿੰਡਾਂ, ਇਦਾਂ ਦੀ ਗੱਲ ਉਹ ਬਹੁਤ ਘਟ ਗਈ ਹੈ। ਲੋਕਾਂ ਨੂੰ ਇਹ ਸਮਝ ਆ ਗਈ ਕਿਉਂਕਿ ਨਾ ਕਮਿਊਨੀਕੇਸ਼ਨ ਬਹੁਤ ਜ਼ਿਆਦਾ ਹੋ ਗਈ। ਪਹਿਲਾਂ ਜਿਹੜੇ ਬਹੁਤ ਸਾਰਾ 30-35 ਸਾਲ ਗਏ ਸੀ, ਉਹਨੂੰ ਪਤਾ ਹੀ ਨਹੀਂ ਸਕਦਾ ਵੀ ਪਿੱਛੇ ਜਿੱਦਾਂ ਦਾ ਪਿੰਡ ਛੱਡ ਕੇ ਆਏ ਸੀ ਉਦਾਂ ਦਾ ਹੀ ਹੈ ਜਾਂ ਬਦਲ ਗਿਆ। ਹੁਣ ਬਦਲਾਅ ਦਾ ਵੀ ਪਤਾ ਲੱਗਦਾ ਵੀ ਕੀ ਕੁਝ ਹੋ ਰਿਹਾ। ਸੋ ਉਹ ਤਾਂ ਨਹੀਂ, ਲੋਕੀ ਬਹੁਤ ਸਾਰੇ ਲੋਕੀ ਸਮਝ ਚੁੱਕਿਆ ਵੀ ਸਾਡਾ ਸੰਘਰਸ਼ ਇੰਗਲੈਂਡ ਕੈਨੇਡਾ 'ਚ ਵੀ ਇੱਕ ਅਲੱਗ ਤਰ੍ਹਾਂ ਦਾ ਸੰਘਰਸ਼ ਹੈਗਾ ਆ। ਉਸ ਸਮਾਜ ਦੇ ਵਿੱਚ ਤੁਸੀਂ ਆਪਣੀ ਜਗ੍ਹਾ ਕਿਵੇਂ ਬਣਾਉਣੀ ਆ, ਤੁਸੀਂ ਉਸ ਸਮਾਜ ਨੂੰ ਜਿਹੜੀ ਚੁਣੌਤੀਆਂ ਨੇ ਉਹਨਾਂ ਦੇ ਸੰਘਰਸ਼ ਵਿੱਚ ਪੈਣਾ, ਔਰ ਆਪਣੇ ਲੋਕੀ ਪੈ ਰਹੇ ਨੇ, ਸਾਰੇ ਤਾਂ ਨਹੀਂ, ਲੇਕਿਨ ਜਿਹੜੇ ਅਗਾਂਹਵਧੂ ਲੋਕ ਨੇ ਜਿਨ੍ਹਾਂ ਨੂੰ ਇਸ ਗੱਲ ਦੀ ਚੇਤਨਾ ਹੈਗੀ ਹੈ ਕਿ ਅਸੀਂ ਇੱਥੇ ਰਹੇ ਹਾਂ, ਇੱਥੇ ਬੱਚੇ ਪੈਦਾ ਹੋਏ ਸਾਡੇ, ਇੱਥੋਂ ਦੇ ਸਿਟੀਜ਼ਨ ਹੋਏ ਆ, ਤੇ ਸਾਡੀ ਜ਼ਿੰਮੇਵਾਰੀ ਇਹ ਵੀ ਬਣਦੀ ਕਿ ਇਸ ਮੁਲਕ ਦੇ ਵਿੱਚ ਜੋ ਕੁਝ ਹੋ ਰਿਹਾ ਰਾਜਸੀ ਤੌਰ ਤੇ, ਧਾਰਮਿਕ ਤੌਰ ਤੇ ਜਾਂ ਹੋਰ ਕਿਸੇ ਤੌਰ ਤੇ, ਉਹਦੇ 'ਚ ਵੀ ਦਖਲਅੰਦਾਜ਼ੀ ਜਿਹੜੀ ਕਰਨੀ। ਜਿਹੜੇ ਇੱਥੋਂ ਸਟੂਡੈਂਟ ਜਾਂਦੇ ਨੇ, ਲੂਏ ਮੁੰਡੇ ਕੁੜੀਆਂ ਜਾਂਦੇ ਨੇ ਉੱਥੇ ਮਜਬੂਰੀ 'ਚ, ਉਹਨਾਂ ਨਾਲ ਵੀ ਮੁਲਾਕਾਤ ਕਿਤੇ ਹੋਈ? ਬਹੁਤ ਸਾਰੀਆਂ ਸਟੂਡੈਂਟਸ ਨਾਲ ਮੈਨੂੰ, ਸਟੂਡੈਂਟ ਜਿਵੇਂ ਬ੍ਰੈਂਪਟਨ ਦੇ ਵਿੱਚ ਮੈਨੂੰ ਕਿੰਨੇ ਸਾਰੇ ਸਟੂਡੈਂਟਸ ਮਿਲੇ, ਸਰੀ 'ਚ ਵੀ ਮਿਲੇ। ਮੇਰਾ ਆਪਣਾ ਪਰਿਵਾਰ ਹੈ ਕੈਨੇਡਾ ਦੇ ਵਿੱਚ, ਮੇਰੇ ਭਾਣਜੇ ਨੇ, ਭਾਣਜੀਆਂ ਨੇ, ਉਹਨਾਂ ਨੇ ਗਾਹਾਂ ਯੰਗ ਲੋਟ ਹੈ, ਉਹਨਾਂ ਦੇ ਗਾਹਾਂ ਬੱਚੇ ਨੇ, ਉਹਨਾਂ ਨਾਲ ਵੀ ਘਰ 'ਚ ਗੱਲਾਂ ਹੋਈਆਂ। ਉਹਨਾਂ ਨੇ ਵੀ ਮਹਿਸੂਸ ਕੀਤਾ ਕਿ ਵੀ ਤੁਸੀਂ ਮਾਮਾ ਜੀ ਡਿਫਰੈਂਟ ਗੱਲਾਂ ਕਰ ਰਹੇ ਹੋ, ਵੀ ਤੁਹਾਨੂੰ ਯੂਥ ਵੀ ਜਿਹੜੀ ਹੈਗੀ ਹੈ ਕਬੂਲ ਕਰ ਰਹੀ ਹੈ, ਤੁਹਾਨੂੰ ਬਜ਼ੁਰਗ ਵੀ ਕਬੂਲ ਕਰ ਰਹੇ। ਤੇ ਉਹਨਾਂ ਨਾਲ ਗੱਲਾਂ ਹੋਈਆਂ, ਉਹਨਾਂ ਗੱਲਾਂ ਦੇ ਵਿੱਚ ਬਹੁਤ ਕੁਝ ਵੱਖਰਾ ਸੀ, ਜਿਹੜੀ ਅਸੀਂ ਇੱਥੇ ਬੈਠੇ ਕਈ ਵਾਰੀ ਨਾ ਕੋਈ ਪਰਸੈਪਸ਼ਨ ਹੋਰ ਬਣਾ ਲੈਂਦੇ ਹਾਂ, ਉੱਥੇ ਬੈਠੇ ਵੀ ਪਰਸੈਪਸ਼ਨ ਗਲਤ ਬਣਾ ਲੈਂਦੇ ਆ ਪੰਜਾਬ ਬਾਰੇ, ਇੱਥੇ ਬੈਠੇ ਅਸੀਂ ਬਾਹਰ ਬਾਰੇ ਬਣਾ ਲੈਂਦੇ ਹਾਂ। ਜਿਹੜਾ ਨਵਾਂ ਸਟੂਡੈਂਟ ਜਾ ਰਿਹਾ ਹੈ, ਇੱਕ ਦੋ ਤਰ੍ਹਾਂ ਦੀ ਯੰਗ ਲੋਟ ਜਾ ਰਹੀ ਉੱਥੇ। ਇੱਕ ਤਾਂ ਯੰਗ ਲੋਟ ਜਾ ਰਹੀ ਜਿਹੜੀ ਵਿਆਹ ਕਰਵਾ ਕੇ ਜਾ ਰਹੀ ਹੈ, ਵਿਆਹ ਹੋਇਆ ਚਲੇ ਗਿਆ, ਜਾਂ ਲੜਕੀ ਨੇ ਆਇਲਸ ਕੀਤੀ ਹੋਈ ਹੈ, ਉਹਦੇ ਪੁਆਇੰਟਸ ਠੀਕ ਨੇ, ਉਹਨੇ ਸੱਦ ਲਿਆ ਚਲੇ ਗਿਆ। ਇੱਕ ਹੈਗਾ ਖੁਦ ਆਇਲਸ ਕਰਕੇ ਫਿਰ ਪੜ੍ਹਨ ਲਈ ਜਾ ਰਿਹਾ। ਦੋਨੋਂ ਦਾ ਸੰਘਰਸ਼ ਥੋੜਾ ਜਿਹਾ ਵੱਖਰਾ ਹੈ ਨਾ। ਇੱਕ ਸੈਟਲਡ ਰੂਪ 'ਚ ਜਾ ਰਿਹਾ ਕਿ ਪਰਿਵਾਰ ਬਣਾ ਕੇ ਜਾ ਰਿਹਾ, ਪਰਿਵਾਰ ਚਲੇ ਗਿਆ, ਇੱਕ ਨੇ ਫੀਸ ਦਾ ਵੀ ਪ੍ਰਬੰਧ ਕਰਨਾ ਤੇ ਆਪਣੀ ਰੋਟੀ ਦਾ ਵੀ ਪ੍ਰਬੰਧ ਕਰਨਾ, ਰਹਿਣ ਦਾ ਵੀ ਪ੍ਰਬੰਧ ਕਰਨਾ, ਕਿਰਾਏ ਵੀ ਦੇਣੇ ਨੇ, ਆਉਣ ਜਾਣ ਵੀ ਦੇਖਣਾ, ਰੋਟੀ ਦਾ ਵੀ ਦੇਖਣਾ, ਸਟੱਡੀ ਵੀ ਕਰਨੀ ਹੈ। ਫਿਰ ਥੋੜੇ ਮਹੀਨਿਆਂ ਬਾਅਦ ਜਿਹੜੇ ਪਿੱਛੇ ਮਾਂ-ਬਾਪ ਬੈਠੇ ਆ ਉਹ ਡਿਮਾਂਡ ਵੀ ਕਰਨ ਲੱਗ ਪੈਂਦੇ ਆ, ਆਸ ਰੱਖਣ ਲੱਗ ਪੈਂਦੇ ਵੀ ਤੂੰ ਕੈਨੇਡਾ ਚਲ ਗਿਆ, ਇੰਗਲੈਂਡ ਚਲ ਗਿਆ, ਕੋਈ ਸਾਡੀ ਮਦਦ ਕਰ। ਉਹ ਕਰਨ ਜੋਗਾ ਨਹੀਂ ਹੁੰਦਾ, ਉਹਦਾ ਚੈਲੰਜ ਬਹੁਤ ਸਾਰਾ। ਉਸ ਚੈਲੰਜ ਦੇ ਵਿੱਚ ਤੁਸੀਂ
ਦੇਖਿਆ ਹੋਣਾ ਕੁਝ ਮੁੰਡੇ ਕੁੜੀਆਂ ਜ਼ਿੰਦਗੀ ਤੋਂ ਹੱਥ ਵੀ ਧੋਏ ਕੁਛ ਨੇ, ਇਦਾਂ ਦੀਆਂ ਗੱਲਾਂ ਵੀ ਹੋਈਆਂ। ਮਤਲਬ ਇਹਨਾਂ ਸਾਰੀਆਂ ਗੱਲਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਕਿ ਅਸਲ ਸੱਚ ਅੰਦਰ ਹੈ ਕੀ ਹੈ। ਇਸੇ ਕਰਕੇ ਜਿਹੜਾ ਜ਼ਿਆਦਾ ਸਟੂਡੈਂਟਸ ਉੱਥੇ ਗਿਆ, ਜਿਹਨੂੰ ਇਹ ਪਤਾ ਵੀ ਮਾਪਿਆਂ ਨੇ ਸਾਨੂੰ ਕਿੱਦਾਂ ਭੇਜਿਆ, ਪੈਸਾ ਕਿੰਨਾ ਖਰਚ ਕੇ ਭੇਜਿਆ, ਆਪਣਾ ਮੁਲਕ ਛੱਡ ਕੇ ਆ ਗਏ ਜਿੱਥੇ ਅਸੀਂ ਸੌਖੇ ਸੀਗੇ। ਸੌਖੇ ਮੀਨਸ ਪੈਸੇ ਪੱਖੋਂ ਤਾਂ ਸੌਖੇ ਨਹੀਂ ਸੀਗੇ, ਪਰ ਆਪਣੇ ਸਮਾਜ 'ਚ ਤਾਂ ਜੀ ਰਹੇ ਸੀਗੇ ਨਾ। ਇੱਧਰ ਉੱਧਰ ਜੇ ਤੁਰਦੇ ਫਿਰਦੇ ਵੀ ਸੀ ਤੇ ਸੌਖੇ ਸੀ। ਮਾਂ ਦੇ ਹੱਥ ਦੀ ਰੋਟੀ ਤੇ ਮਿਲਦੀ ਸੀ। ਜੇ ਸਮਾਜ 'ਚ ਵਿਹਲੇ ਵੀ ਤੁਰਦੇ ਫਿਰਦੇ ਤਾਂ ਵੀ ਕੁਝ ਨਾ ਕੁਝ ਮਿਲਦਾ ਸੀ। ਉੱਥੇ ਡਿਫਰੈਂਟ ਦੇ ਵਿੱਚ ਚਲੇ ਗਏ। ਲੇਕਿਨ ਜੇ ਤਾਂ ਉਹਨਾਂ ਨੂੰ ਅਹਿਸਾਸ ਹੈ ਕਿ ਯਾਰ ਮਾਪਿਆਂ ਨੇ ਸਾਨੂੰ ਪੈਸਾ ਖਰਚ ਕੇ ਭੇਜਿਆ, ਏਜੰਟਾਂ ਨੂੰ ਵੀ ਦਿੱਤਾ ਹੋਊਗਾ, ਸਾਡੀ ਟਿਕਟਾਂ ਵੀ ਕਰਵਾਈਆਂ, ਫੀਸ ਵੀ ਤਾਰ ਰਹੇ, ਸਭ ਕੁਝ ਹੈ, ਮਿਹਨਤ ਕਰਨੀ ਹੈ, ਫਿਰ ਤੋਂ ਮਿਹਨਤ ਕਰਦੇ ਨੇ। ਮੈਂ ਇਹੋ ਜਿਹੇ ਸਟੂਡੈਂਟਸ ਦੇਖੇ ਆ ਜਿਹੜੇ ਪੜ੍ਹਦੇ ਵੀ ਹੈ, ਫਿਰ ਕੰਮ ਵੀ ਕਰਦੇ ਆ। ਜਿੱਦਾਂ ਦਾ ਮਰਜ਼ੀ ਕੰਮ ਮਿਲ ਜਾਵੇ, ਗਾਂ ਕੰਮ 'ਚ ਵੀ ਉਹਨਾਂ ਦੀ ਕੁਝ ਬੰਦੇ ਲੁੱਟ ਕਰਦੇ ਨੇ ਵੀ ਇਹ ਸਟੂਡੈਂਟ ਹੈ, ਇਹਨੂੰ ਲੋੜ ਹੈ, ਇਹਨੇ ਕਿਰਾਇਆ ਕੱਢਣਾ, ਇਹਨੇ ਫੀਸ ਕੱਢਣੀ ਹੈ, ਔਰ ਕਰਦੇ ਵੀ ਜ਼ਿਆਦਾ ਆਪਣੇ ਨੇ। ਉਹ ਦੋਸ਼ ਮੈਂ ਇੱਥੇ ਆਉਣ ਲੱਗਾ ਵੀ ਜਿਹੜੇ ਆਪਣੇ ਹੀ ਕਰਦੇ, ਦੂਜੇ ਨਹੀਂ, ਗੋਰੇ ਨਹੀਂ ਹੁੰਦੇ ਕਰਦੇ। ਹੁਣ ਗੋਰਿਆਂ ਨੂੰ ਪਤਾ ਲੱਗ ਗਿਆ ਵੈਸੇ ਵੀ ਇਦਾਂ ਹੋ ਸਕਦਾ, ਲੇਕਿਨ ਜ਼ਿਆਦਾ ਆਪਣੇ ਕਰਦੇ ਨੇ ਕਿਉਂਕਿ ਉਹਨੂੰ ਨਬਜ਼ ਦਾ ਪਤਾ ਵੀ ਇਹ ਔਖਾ ਹੈ ਇਸ ਵੇਲੇ। ਜੇ ਮਿਨੀਮਮ $16 ਦੀ ਹੈਗਾ ਰੇਟ ਘੰਟੇ ਦਾ, ਜਾਂ 16 ਜਾਂ 15 ਜੋ ਵੀ ਹੈਗਾ, ਇੰਨਾ ਕੁ ਹੈਗਾ, ਤਾਂ ਅਸੀਂ 8 ਤੇ ਵੀ ਕਰਾ ਲਾਂਗੇ, 10 ਤੇ ਵੀ ਕਰਾ ਲਾਂਗੇ, ਇਹਨੂੰ ਕਰਨਾ ਪੈਣਾ। ਬਿਲਕੁਲ। ਸੋ ਇਦਾਂ ਦੀਆਂ ਤਮਾਮ ਮੁਸ਼ਕਲਾਂ ਹੈਗੀਆਂ ਨੇ। ਲੇਕਿਨ ਜਿਹੜੀ ਲੋਟ ਇਦਾਂ ਜਾਂਦੀ ਉੱਥੇ, ਜਿਹੜੀ ਇੱਥੋਂ ਵੈਲ ਆਫ ਸੀ, ਕੋਈ ਪੈਸੇ ਦੀ ਬਹੁਤੀ ਪ੍ਰੋਬਲਮ ਨਹੀਂ ਸੀ, ਸ਼ੌਕੀਆ ਤੌਰ ਤੇ ਸੀ, ਜਾਂ ਸ਼ਰੀਕ ਨੂੰ ਦਿਖਾਉਣ ਲਈ ਵੀ ਅਸੀਂ ਵੀ ਕੈਨੇਡਾ ਜਾਣਾ, ਜਿਨ੍ਹਾਂ ਨੂੰ ਜਾਂਦਿਆਂ ਗੱਡੀਆਂ ਮਿਲ ਜਾਣੀਆਂ, ਸਭ ਕੁਝ ਮਿਲਦਾ, ਉਹ ਉੱਥੇ ਖਰਾਬੀਆਂ ਵੀ ਕਰ ਰਹੀ। ਜਿਹੜੇ ਬ੍ਰੈਂਪਟਨ ਜਾਂ ਸਰੀ ਦੇ ਵਿੱਚੋਂ ਘਟਨਾਵਾਂ ਸਾਨੂੰ ਸੁਣਨ ਨੂੰ ਮਿਲਦੀਆਂ ਕਿ ਇਹ ਕੁਝ ਘਟਨਾਵਾਂ, ਉਹ ਘਟਨਾਵਾਂ ਵੀ ਵਾਪਰਦੀਆਂ, ਲੇਕਿਨ ਉਹ ਘਟਨਾਵਾਂ ਬਹੁਤ ਘੱਟ ਨੇ, ਉਹ ਫੈਲਦੀਆਂ ਜ਼ਿਆਦਾ। ਜ਼ਿਆਦਾ ਮਿਹਨਤੀ ਹੈ ਸਟੂਡੈਂਟ ਉੱਥੇ ਜਿਹੜਾ ਗਿਆ ਨਾ, ਜ਼ਿਆਦਾ ਮਿਹਨਤੀ। ਮੈਂ ਸਾਹਿਬ ਜੀ ਉੱਥੇ ਗਿਆ ਸੀ ਤੇ ਖਾਸ ਕਰਕੇ ਸਟੂਡੈਂਟ ਜਿਹੜੇ ਆਪਣੇ ਬੱਚੇ, ਕੁੜੀਆਂ ਮੁੰਡੇ ਸੀ, ਗਏ ਸੀ, ਉਹਨਾਂ ਨੂੰ ਦੇਖ ਕੇ ਤਾਂ ਸਲੂਟ ਕਰਨ ਨੂੰ ਜੀ ਕਰਦਾ ਹੈ। ਸਵੇਰੇ 5 ਵਜੇ ਕਿਵੇਂ ਪਿੱਠੂ ਪਾ ਕੇ ਤੇ ਉਹ ਕੰਮ ਤੇ ਜਾ ਰਹੇ ਨੇ ਜਾਂ ਪੜ੍ਹਨ ਜਾ ਰਹੇ ਨੇ, ਉਹ ਰਾਤ 12 ਵਜੇ ਪੈਦਲ, ਕਿਉਂਕਿ ਉਹਨਾਂ ਕੋਲ ਸਾਧਨ ਤਾਂ ਹੈ ਨਹੀਂ, ਪੈਦਲ ਆਪਣੀਆਂ ਬੇਸਮੈਂਟਾਂ 'ਚ ਆ ਕੇ ਰਹਿ ਰਹੇ ਨੇ ਔਰ ਕਮਾਈ ਕਰ ਰਹੇ ਨੇ। ਸਾਹਿਬ ਜੀ, ਤੁਹਾਨੂੰ ਕਿਹਾ ਜਾਂਦਾ ਵੀ ਭਾਜੀ ਗੁਰਸ਼ਰਨ ਹੋਣਾ ਦੇ ਤੁਸੀਂ ਵਾਰਸ ਦਾ ਰੋਲ ਨਿਭਾ ਰਹੇ ਜੇ। ਤੁਸੀਂ ਪੰਜਾਬ ਦੇ ਪਿੰਡਾਂ 'ਚ ਜਾ ਕੇ ਵੀ ਨਾਟਕ ਕਰਦੇ ਜੇ ਔਰ ਕੈਨੇਡਾ ਇੰਗਲੈਂਡ ਜਾ ਕੇ ਵੀ ਨਾਟਕ ਕਰਦੇ ਜੇ, ਔਰ ਕਰਦੇ ਵੀ ਨਾਟਕ ਤੁਸੀਂ ਉਹੀ ਗੱਲ ਜਿਵੇਂ ਕਹੀ ਵੀ ਉੱਥੇ ਹਸਾਉਣ ਨਹੀਂ ਜਾਂਦੇ, ਉੱਥੇ ਕੁਛ ਸੇਧ ਦੇਣ ਜਾਂਦੇ ਜੇ। ਲੱਗਦਾ ਨਹੀਂ ਗਾ ਤੁਹਾਨੂੰ ਵੀ ਪੰਜਾਬ ਦੀਆਂ ਨਸਲਾਂ ਤੇ ਪੰਜਾਬ ਦੀਆਂ ਫਸਲਾਂ, ਨੌਜਵਾਨੀ ਵੀ ਤੇ ਉਹਨਾਂ ਦਾ ਕੀ ਕਹੀਏ ਸਰਮਾਇਆ ਵੀ, ਘਰ ਵੀ ਵੇਚ ਕੇ ਤੇ ਖੇਤ ਵੀ ਵੇਚ ਕੇ ਕੈਨੇਡਾ ਇੰਗਲੈਂਡ ਜਾ ਰਹੇ ਨੇ, ਪੰਜਾਬ ਦਾ ਕੀ ਬਣੂ? ਦੇਖੋ, ਇਹ ਨਾ ਬਹੁਤ ਗੰਭੀਰ ਸਵਾਲ ਹੈ ਜਿਹਦੇ ਰੂਬਰੂ ਸਾਨੂੰ ਹੋਣਾ ਪਊਗਾ। ਅਸੀਂ ਇਹਨੂੰ ਇਦਾਂ ਨਹੀਂ ਹੋ ਪੂਰੇ ਨਹੀਂ ਕਰ ਸਕਦੇ ਵੀ ਹੋ ਰਿਹਾ ਹੋ ਜਾ। ਇੱਕ ਇਹੋ ਜਿਹਾ ਮਾਹੌਲ ਸਿਰਜਿਆ ਜਾ ਰਿਹਾ ਰਾਜਸੀ ਤੌਰ ਦੇ ਉੱਤੇ, ਜਿਵੇਂ ਪੰਜਾਬ ਨੂੰ ਕੋਈ ਸਜ਼ਾ ਦਿੱਤੀ ਜਾ ਰਹੀ ਹੋਵੇ ਕਿਸੇ ਗੱਲ ਦੀ। ਪੰਜਾਬ ਨੂੰ ਕਿਸੇ ਵੀ ਪੱਖੋਂ ਉੱਠਣ ਨਹੀਂ ਦਿੱਤਾ ਜਾ ਰਿਹਾ, ਨਾ ਤੇ ਰਾਜਸੀ ਪੱਖੋਂ ਉੱਠਣ ਦਿੱਤਾ ਜਾ ਰਿਹਾ, ਨਾ ਹੀ ਆਰਥਿਕ ਪੱਖੋਂ ਉੱਠਣ ਦਿੱਤਾ ਜਾ ਰਿਹਾ, ਨਾ ਹੀ ਸਮਾਜਿਕ ਪੱਖੋਂ। ਕੌਣ ਨਹੀਂ ਉੱਠਣ ਦੇ ਰਿਹਾ? ਪੋਲੀਟੀਕਲ ਤਾਕਤਾਂ, ਜਿਹੜੀਆਂ ਵੱਡੀਆਂ ਪੋਲੀਟੀਕਲ ਤਾਕਤਾਂ ਨੇ। ਹੁਣ ਜਿੱਦਾਂ ਪੰਜਾਬ ਨੇ ਜੇ ਦਿੱਲੀ ਦਾ ਮੋਰਚਾ ਲੜਿਆ, ਜੇ ਸੱਤਾ ਨੂੰ ਟੱਕਰ ਦਿੱਤੀ ਸਿੱਧੀ ਜਾ ਕੇ ਵੀ ਸਾਨੂੰ ਆਹ ਚੀਜ਼ ਕਬੂਲ ਨਹੀਂ ਹੈ, ਅਸੀਂ ਲੜਾਂਗੇ, ਤੁਸੀਂ 5 ਸਾਲ ਲੜਾਣਾ 5 ਸਾਲ ਲੜ ਲਓ, ਉਹ ਜਦੋਂ ਇੱਕ ਜਾ ਕੇ ਚੁੱਭ ਦਿੱਤੀ ਪੰਜਾਬ ਨੇ, ਹੁਣ ਉਦੋਂ ਦਾ ਪੰਜਾਬ ਜ਼ਿਆਦਾ ਅੱਖਾਂ 'ਚ ਰੜਕਦਾ ਕਿ ਯਾਰ ਆਹ ਇੱਕ ਬਾਗੀ ਪੰਜਾਬ ਹੈ, ਜਿਹੜਾ ਬਾਗੀ ਹੋਣ ਦੇ ਨਾਲ ਨਾਲ ਇਹਨੂੰ ਸਮਝ ਵੀ ਹੈਗੀ ਹੈ, ਇਹਨੇ ਅਕਲ ਨਾਲ ਸੂਝ-ਬੂਝ ਨਾਲ 1 ਸਾਲ ਦਾ ਮੋਰਚਾ ਸਸਟੇਨ ਕਰ ਲਿਆ। ਉਹ ਖਤਰਾ ਉਹਨਾਂ ਨੂੰ ਲੱਗਦਾ ਵੀ ਵੱਡਾ ਖਤਰਾ ਆ। ਹੁਣ ਉਸ ਦੀ ਨਾ ਤਾਂ ਪੰਜਾਬ ਦੀ ਯੂਥ ਦਾ ਫਿਕਰ ਹੈ, ਇਸ ਵੇਲੇ ਪੋਲੀਟੀਕਲ ਏਜੰਡੇ ਤੇ ਨਹੀਂ ਹੈ, ਨਾ ਪੰਜਾਬ ਦੇ ਪੌਣ ਪਾਣੀ ਦਾ ਫਿਕਰ ਹੈ, ਨਾ ਪੰਜਾਬ ਦੀ ਫਸਲ ਦਾ ਫਿਕਰ ਹੈ, ਨਾ ਪੰਜਾਬ ਦੇ ਵਾਤਾਵਰਣ ਦਾ ਫਿਕਰ ਹੈ, ਨਾ ਪੰਜਾਬ ਦੇ ਬੱਚੇ ਦਾ ਫਿਕਰ ਹੈ, ਨਾ ਪੰਜਾਬ ਦੀਆਂ ਔਰਤਾਂ ਦਾ ਫਿਕਰ ਹੈ। ਫਿਕਰ ਕਿਹਦਾ ਹੈ? ਵਰਕਿੰਗ ਕਲਾਸ ਦਾ ਫਿਕਰ ਨਹੀਂ ਹੈ, ਮਜ਼ਦੂਰ ਦਾ ਫਿਕਰ ਨਹੀਂ, ਕਿਸਾਨ ਦਾ ਫਿਕਰ ਨਹੀਂ, ਵਿਦਿਆਰਥੀ ਰੁਲ ਰਹੇ ਨੇ, ਵਿਦਿਆਰਥੀਆਂ ਕੋਲ ਰੁਜ਼ਗਾਰ ਹੈ ਨਹੀਂ, ਮੁਲਾਜ਼ਮ ਤਨਖਾਹਾਂ ਨੂੰ ਰੋਂਦੇ ਨੇ, ਕਈਆਂ ਨੂੰ ਫੰਡ ਨਹੀਂ ਮਿਲਦੇ, ਕਿੰਨਾ ਕੁਛ ਹੈ। ਜਦੋਂ ਇੰਨੀਆਂ ਸਾਰੀਆਂ ਸਮੱਸਿਆਵਾਂ ਤੁਸੀਂ ਇਕੱਠੀਆਂ ਕਰ ਦਿੱਤੀਆਂ ਤਾਂ ਉਹਨਾਂ ਸਮੱਸਿਆਵਾਂ ਵਿੱਚੋਂ 2 ਹੀ ਇਲਾਜ ਲੱਭਦੇ ਨੇ। ਜਾਂ ਤਾਂ ਉਸ ਸਮੱਸਿਆ ਨਾਲ ਸਿੱਧਾ ਲੜੋ, ਉਸ ਸਿਸਟਮ ਨਾਲ ਲੜੋ ਕਿ ਬਈ ਅਸੀਂ ਲੜਨਾ ਤੇ ਲੜ ਕੇ, ਜਾਂ ਫਿਰ ਇੱਕ ਹੁੰਦਾ ਤਰੀਕਾ ਵੀ ਠੀਕ ਹੈ ਇੱਥੋਂ ਭੱਜ ਕੇ ਕਿਤੇ ਹੋਰ ਜਾ ਕੇ ਕਰੀਅਰ ਬਣਾ ਲਓ, ਇੱਥੋਂ ਭੱਜ ਕੇ ਜਾ ਕੇ ਹੋਰ ਜ਼ਿਆਦਾ ਭਵਿੱਖ ਬਣਾ ਲਓ। ਜਿਹੜਾ ਪੰਜਾਬ ਦਾ ਮਾਪਾ ਹੈ, ਮਾਂ ਬਾਪ ਨੇ ਜਿਹੜੇ ਪੰਜਾਬ ਦਾ, ਉਹਦਾ ਸੰਕਟ ਸਭ ਤੋਂ ਵੱਡਾ ਆ। ਉਹ ਕਰੇ ਤਾਂ ਕੀ ਕਰੇ? ਜਦੋਂ ਤਾਂ ਉਹ ਆਪਣੇ ਬੱਚੇ ਨੂੰ, ਆਪਣੇ ਮੁੰਡੇ ਕੁੜੀ ਨੂੰ ਕਿਸੇ ਸੰਘਰਸ਼ ਵਿੱਚ ਜਾਂਦਾ ਹੋਇਆ ਦੇਖਦਾ, ਉਹਦਾ ਮਾਣ ਨਾਲ ਸੀਨਾ ਤੇ ਚੌੜਾ ਹੁੰਦਾ, ਪਰ ਨਾਲ ਫਿਕਰ ਜਾਗਦਾ ਕਿ ਇਹਨੂੰ ਕੁਝ ਹੋ ਵੀ ਸਕਦਾ। ਔਰ ਹੁੰਦਾ, ਉਹਨੇ ਦੇਖਿਆ ਆ, ਪਹਿਲਾਂ ਵੀ ਦੇਖਿਆ, ਇਤਿਹਾਸ ਵਿੱਚ ਆਪਣੇ ਮੁੰਡੇ ਮਰਦੇ ਦੇਖੇ ਉਹਨੇ, ਹੈਨਾ, ਲਾਸ਼ਾਂ ਬਣਦੇ ਦੇਖੇ, ਗਾਇਬ ਹੁੰਦੇ ਦੇਖੇ, ਬਹੁਤੀਆਂ ਮਾਵਾਂ ਨੂੰ ਪਤਾ ਹੀ ਨਹੀਂ ਵੀ ਬੱਚਾ ਮੇਰਾ ਮਰ ਗਿਆ ਜਾਂ ਜਿਉਂਦਾ, ਬਹੁਤ ਕੁਝ ਦੇਖਿਆ। ਹੁਣ ਉਹਨਾਂ ਨੂੰ ਡਰ ਲੱਗਦਾ, ਡਰ ਦੇ ਵਿੱਚੋਂ ਕਹਿੰਦੇ ਠੀਕ ਹੈ ਇਹਨੂੰ ਕਿਵੇਂ ਨਾ ਕਿਵੇਂ ਕੈਨੇਡਾ ਅਮਰੀਕਾ ਕੱਢ ਦਿਓ,
ਲੋਕੀ 40-40 50-50 ਲੱਖ ਰੁਪਈਆ ਵੀ ਖਰਚਦੇ ਨੇ ਆਪਣੇ ਬੱਚਿਆਂ ਨੂੰ ਬਾਹਰ ਕੱਢਣ ਲਈ। ਹੁਣ ਇਹ ਕਿੱਡਾ ਵੱਡਾ ਇੱਕ ਸੰਕਟ ਹੈ। ਪੈਸਾ ਵੀ ਖਰਚਦੇ ਨੇ ਤੇ ਆਪਣੀਆਂ ਆਂਦਰਾਂ ਵੀ ਵੱਢਦੇ ਆਂਦਰਾਂ ਵੱਢਦੇ ਨੇ, ਵੱਢ ਕੇ ਭੇਜਦੇ ਨੇ। ਔਰ ਕਈ ਵਾਰੀ ਤਾਂ ਬੱਚਾ 10-10 ਸਾਲ 15-15 ਸਾਲ ਮੁੜਦਾ ਹੀ ਨਹੀਂ, ਕਿਉਂਕਿ ਉਹ ਮੁੜਨ ਜੋਗਾ ਹੁੰਦਾ ਨਹੀਂ, ਸਟੇਟਸ ਨਹੀਂ ਮਿਲਦਾ, ਉਹ ਸਟੇਟਸ ਨਹੀਂ ਮਿਲਦਾ। ਉਹ ਸਰਮਾਇਆ ਕੋ ਜੇਬ ਚ ਪਾ ਕੇ ਉਹ ਤਾਂ ਪਿੱਛੇ ਆ ਕੇ ਉਹਦੀ ਇੱਜ਼ਤ ਬਣਨੀ, ਇੱਕ ਸਮਾਜਿਕ ਵੀ ਹੈਗਾ ਵੀ ਗਿਆ ਸੀ ਕੀ ਲੈ ਕੇ ਆਇਆ। ਸੋ ਉਹ ਕਈ ਵਾਰੀ ਮਾਂ ਪੁੱਤ ਨੂੰ ਨਹੀਂ ਮਿਲ ਸਕਦੀ, ਕਈ ਵਾਰੀ ਪਤੀ ਪਤਨੀ ਨੂੰ ਨਹੀਂ ਮਿਲ ਸਕਦਾ, ਮੁੰਡੇ ਕੁੜੀ ਦਾ ਵਿਆਹ ਹੋਇਆ ਹੁੰਦਾ ਉੱਥੇ। ਸੋ ਇਹਨਾਂ ਸਾਰੇ ਸੰਕਟਾਂ ਦੀ ਨਿਸ਼ਾਨਦੇਹੀ ਕਰਕੇ ਜਦੋਂ ਅਸੀਂ ਕਿਸੇ ਮਸਲੇ ਵੱਲ ਤੁਰਾਂਗੇ ਨਾ, ਫਿਰ ਸਾਨੂੰ ਸਮਝ ਆਊਗੀ। ਨਹੀਂ ਤਾਂ ਇਲਜ਼ਾਮ ਲਾਣੇ ਬਹੁਤ ਸੌਖੇ ਨੇ ਕਿ ਪੰਜਾਬ ਦਾ ਯੂਥ ਕੈਨੇਡਾ ਜਾ ਕੇ ਵਿਗੜ ਗਿਆ, ਜਾਂ ਪੰਜਾਬ ਦਾ ਯੂਥ ਇੱਥੇ ਵਿਗੜ ਗਿਆ, ਪੰਜਾਬ ਦਾ ਯੂਥ ਨਸ਼ੇ ਕਰਨ ਲੱਗ ਪਿਆ, ਪੰਜਾਬ ਦਾ ਯੂਥ ਰਿਸਪੈਕਟ ਨਹੀਂ। ਇਹ ਸਾਰੀਆਂ ਚੀਜ਼ਾਂ ਸੱਚ ਨਹੀਂ। ਸਾਹਿਬ ਜੀ, ਇਹ ਕਿਹਾ ਜਾਂਦਾ ਵੀ ਜਿਹੜਾ ਇੱਕ ਕਲਾਕਾਰ ਹੈ ਉਹਦੀਆਂ ਦੋ ਅੱਖਾਂ ਨਹੀਂ ਹੁੰਦੀਆਂ, ਉਹਦੀਆਂ ਕਈ ਅੱਖਾਂ ਹੁੰਦੀਆਂ। ਉਹ ਸਮਾਜ ਨੂੰ ਬੜੀ ਨੀਝ ਨਾਲ ਦੇਖਦਾ, ਤੇ ਜੋ ਕਲਾਕਾਰ ਨੂੰ ਅੱਖਾਂ ਬੰਦ ਕਰਕੇ ਦੇਖਦਾ ਉਹ ਆਮ ਬੰਦੇ ਨੂੰ ਅੱਖਾਂ ਖੋਲ ਕੇ ਨਹੀਂ ਦੇਖਦਾ। ਹੁਣ ਤੇ ਤੁਹਾਡੇ ਕਲਾਕਾਰ ਭਗਵੰਤ ਸਿੰਘ ਮਾਨ ਪੰਜਾਬ ਦੇ ਮੁੱਖ ਮੰਤਰੀ ਬਣ ਗਏ ਨੇ, 92 ਵਿਧਾਇਕ ਲੋਕਾਂ ਨੇ ਜਿੱਤ ਕੇ ਦਿੱਤੇ ਨੇ, ਪੰਜਾਬ ਦੀ ਅਗਵਾਈ ਕਰ ਰਹੇ ਨੇ। ਹੁਣ ਚਿੰਤਾ ਕਿੰਨੀ ਕੁ ਘਟੀ ਹੈ? ਘਟੀ ਨਹੀਂ, ਚਿੰਤਾ ਨਹੀਂ ਘਟੀ ਬਿਲਕੁਲ ਵੀ। ਚਿੰਤਾ ਉਸੇ ਸ਼ਿੱਦਤ ਨਾਲ ਕਾਇਮ ਹੈ, ਕਿਉਂਕਿ ਸੱਤਾ ਜਿਹੜੀ ਹੈ, ਸੱਤਾ ਦਾ ਕਿਰਦਾਰ ਹੈ ਨਾ ਜਿਹੜਾ, ਉਹ ਇੰਨਾ ਕੁ ਮੂੰਹ ਜ਼ੋਰ ਹੈ, ਸੱਤਾ ਦਾ ਕਿਰਦਾਰ ਇੰਨਾ ਜ਼ਾਲਮ ਹੈ ਕਿ ਉਸ ਕੁਰਸੀ ਤੇ ਫਿਲਹਾਲ ਜਿਸ ਤਰ੍ਹਾਂ ਦਾ ਸੰਕਟ ਚੱਲ ਰਿਹਾ, ਜਿਸ ਤਰ੍ਹਾਂ ਦਾ ਸਿਸਟਮ ਚੱਲ ਰਿਹਾ, ਉਹ ਤੇ ਕੋਈ ਬਿਠਾ ਦਿਓ ਤੁਸੀਂ ਲਿਜਾ ਕੇ। ਕਲਾਕਾਰ ਬਿਠਾ ਦਿੱਤਾ, ਕੱਲ੍ਹ ਨੂੰ ਕਲਾਕਾਰ ਨੂੰ ਤਾਰ ਕੇ ਕੋਈ ਕਿਸਾਨ ਆਗੂ ਬਿਠਾ ਦਿਓ, ਕੋਈ ਮਜ਼ਦੂਰ ਆਗੂ ਬਿਠਾ ਦਿਓ ਜਿਹੜਾ ਕਿਸੇ ਟਾਈਮ ਸੰਘਰਸ਼ ਕਰਦਾ, ਤੁਹਾਨੂੰ ਬਹੁਤ ਵਧੀਆ ਲੱਗਦਾ ਹੋਊਗਾ। ਕੋਈ ਤੇ ਬੈਠੂਗਾ ਹੀ ਨਹੀਂ, ਕੋਈ ਬੈਠੂਗਾ, ਲੇਕਿਨ ਜਦ ਤੱਕ ਤੁਸੀਂ ਸਿਸਟਮ ਨੂੰ ਠੀਕ ਨਹੀਂ ਕਰ ਲੈਂਦੇ, ਉਦੋਂ ਤੱਕ ਤੁਸੀਂ ਕੋਈ ਬੈਠ ਲਓ, ਜਦ ਤੱਕ ਤੁਸੀਂ ਉੱਥੇ ਨਹੀਂ ਨਿਸ਼ਾਨਾ ਆਪਣਾ ਧਰਦੇ ਜਿੱਥੇ ਧਰਨ ਦੀ ਲੋੜ ਹੈ। ਕਿ ਆਪਾਂ ਨੂੰ ਲੱਗਦਾ ਹੈ ਕਿ ਹਿੰਦੁਸਤਾਨ 'ਚ ਬੀਜੇਪੀ ਰਾਜ ਕਰ ਰਹੀ ਹੈ, ਆਪਾਂ ਨੂੰ ਲੱਗਦਾ ਪੰਜਾਬ 'ਚ ਆਪ ਰਾਜ ਕਰ ਰਹੀ ਹੈ, ਉੱਥੇ ਉਹ ਰਾਜ ਕਰ ਰਿਹਾ, ਕਦੇ ਲੱਗਦਾ ਕਾਂਗਰਸ ਰਾਜ ਕਰ ਰਹੀ ਹੈ। ਲੇਕਿਨ ਹੁਣ ਤੇ ਲੋਕਾਂ ਨੂੰ ਕਲੀਅਰ ਹੋ ਰਿਹਾ ਕਿ ਰਾਜ ਤਾਂ ਕਾਰਪੋਰੇਟ ਕਰ ਰਹੀਆਂ ਨੇ, ਇੱਕ ਦੋ ਘਰਾਣੇ ਨੇ ਜਿਹੜੇ ਰਾਜ ਕਰ ਰਹੇ ਨੇ, ਜਿਨ੍ਹਾਂ ਦੀ ਹਕੂਮਤ ਤੇ ਉਹਨਾਂ ਦੀ ਹੈ। ਸੋ ਜਦ ਤੱਕ ਸਾਨੂੰ ਉਹਨਾਂ ਦੀਆਂ ਸਾਜ਼ਿਸ਼ਾਂ ਨਹੀਂ ਸਾਨੂੰ ਸਮਝ ਆਉਂਦੀਆਂ, ਅਸੀਂ ਪਹਿਲਾਂ ਖੁਦ ਸਮਝਦੇ ਨਹੀਂ, ਲੋਕਾਂ ਨੂੰ ਸਮਝਾਉਂਦੇ ਨਹੀਂ। ਹੁਣ ਇੰਗਲੈਂਡ ਵਰਗੇ ਮੁਲਕ ਵਿੱਚ ਮੈਂ ਜੇ ਗਿਆ, ਉੱਥੇ ਬੈਠਾ, ਬਹੁਤ ਗੈਰ ਗੰਭੀਰ ਸਿਆਣੇ ਬੰਦੇ ਨਾਲ ਡਿਸਕਸ਼ਨਸ ਹੋਈ। ਉਹ ਕਹਿੰਦੇ ਯਾਰ ਮੁੱਦੇ ਕੁਛ ਹੋਰ ਨੇ, ਆਪਾਂ ਤੋਰੇ ਕਿਸੇ ਹੋਰ ਪਾਸੇ ਰਹਿੰਦੇ ਹਾਂ। ਇਹ ਲੋਕ ਇੰਨੇ ਸ਼ਾਤਰ ਨੇ ਜਿਨ੍ਹਾਂ ਨੇ ਸਾਡੇ ਤੇ ਇੰਨੇ ਸਾਲ ਰਾਜ ਕੀਤਾ ਕਿ ਉਹ ਹੁਣ ਵੀ ਰਾਜ ਕਰ ਰਹੇ ਨੇ। ਉਹਨਾਂ ਨੇ ਤੁਹਾਡਾ ਪਾਣੀ ਬਹੁਤ ਪਹਿਲਾਂ ਹੀ ਖਰੀਦ ਲਿਆ, ਬਹੁਤ ਪਹਿਲੇ ਡੀਲ ਕਰ ਲਈ ਵੀ ਜਿਹੜਾ ਤੁਹਾਡਾ ਥੱਲੇ ਵਾਲਾ ਪਾਣੀ ਹੈ। ਉਹਨਾਂ ਨੂੰ ਪਤਾ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਪਾਣੀ ਦਾ ਸੰਕਟ ਖੜਾ ਹੋਣਾ ਹੈ। ਤੁਹਾਡੇ ਪਾਣੀ ਦੇ ਸਮਝੌਤੇ ਅਗਲੇ ਨੇ ਪਹਿਲੇ ਕਰ ਲਏ, ਤੇ ਅਸੀਂ ਲੜ ਰਹੇ ਹਾਂ ਕਿ ਨਾ ਕਈ ਹੋਰ ਸਾਰੀਆਂ ਚੀਜ਼ਾਂ ਲਈ। ਸੋ ਇਹ ਬਹੁਤ ਸਾਰੀਆਂ ਚੀਜ਼ਾਂ ਕਲੀਅਰ ਹੋਣ ਲੱਗੀਆਂ। ਮੈਨੂੰ ਕੈਨੇਡਾ ਦੇ ਵਿੱਚ ਵੀ ਕਿਸੇ ਨੇ ਸਵਾਲ ਕੀਤਾ ਸੀ ਕਿ ਹੁਣ ਤਾਂ ਤੁਹਾਡਾ ਕਲਾਕਾਰ ਆ ਗਿਆ ਹੈ ਨਾ। ਮੈਂ ਕਲਾਕਾਰ ਆ ਗਿਆ, ਤੁਸੀਂ ਕਿਸੇ ਚੀਜ਼ ਨੂੰ ਨਾ ਸਮੋਚੇ ਨਾਲੋਂ ਤੋੜ ਕੇ ਨਹੀਂ ਦੇਖ ਸਕਦੇ, ਤੁਸੀਂ ਇੰਡੀਵਿਜੂਅਲ ਨਹੀਂ ਦੇਖ ਸਕਦੇ ਕੁਝ ਵੀ। ਉਹ ਇੱਕ ਕੁਰਸੀ ਦੇ ਉੱਤੇ ਇੱਕ ਬੰਦਾ ਬੈਠਾ, ਉਹਦੇ ਨਾਲ ਕਿੰਨਾ ਸਾਰਾ ਤੰਤਰ ਜੁੜਿਆ ਹੋਇਆ, ਠੀਕ ਹੈ ਨਾ। ਉਸ ਤੰਤਰ ਦੇ ਵਿੱਚ ਜਦੋਂ ਸਾਰੇ ਮੂਹਰੇ ਜਿਹੜੇ ਫਿੱਟ ਹੋਏ ਨੇ ਬੜੇ ਅਜੀਬ ਤਰੀਕੇ ਨਾਲ, ਤੇ ਉੱਥੇ ਜੇ ਤੁਸੀਂ ਕਰਨਾ ਵੀ ਚਾਹੋਗੇ ਤੇ ਤੁਹਾਨੂੰ ਕੁਛ ਨਾ ਕੁਛ ਤੁਹਾਨੂੰ ਸੰਕਟ ਖੜਾ ਹੋਊਗਾ ਤੁਹਾਡੇ ਲਈ। ਫਿਰ ਤੁਹਾਡੇ ਕੋਲ ਦੋ ਹੀ ਰਾਹ ਨੇ, ਜਿਵੇਂ ਮੈਂ ਪਹਿਲਾਂ ਕਿਹਾ, ਜਾਂ ਤਾਂ ਤੁਸੀਂ ਕੁਰਸੀ ਨੂੰ ਬਚਾਉਣ ਦਾ ਯੁੱਧ ਲੜੋਗੇ, ਤੇ ਕੁਰਸੀ ਨੂੰ ਬਚਾਉਣ ਦਾ ਯੁੱਧ ਹੀ 5 ਸਾਲ ਲੜਦੇ ਰਹੋਗੇ ਤੁਸੀਂ, ਤੇ ਉਹ ਕੁਰਸੀ ਬਚੇਗੀ ਫਿਰ ਵੀ ਨਹੀਂ, ਉਹ ਫਿਰ ਭੱਜ ਕੇ ਕਿਤੇ ਹੋਰ ਚਲ ਜਾਏਗੀ। ਜਦ ਤੱਕ ਪੋਲੀਟੀਕਲ ਬੰਦੇ ਦਾ, ਉਸ ਕੁਰਸੀ ਤੇ ਬੈਠਣ ਵਾਲੇ ਦਾ 5 ਸਾਲ ਲਈ ਇਹ ਸੰਕਟ ਖਤਮ ਨਹੀਂ ਹੁੰਦਾ ਕਿ ਮੈਂ ਆਪਣੀ ਕੁਰਸੀ ਬਚਾਣੀ ਹੈ, ਉਦੋਂ ਤੱਕ ਉਹ ਕੁਝ ਨਹੀਂ ਕਰ ਸਕਦਾ। ਚਲੋ ਆਪਾਂ ਹੋਰ ਪਾਸੇ ਨਹੀਂ ਜਾਂਦੇ। ਇੱਕ ਭਗਵੰਤ ਸਿੰਘ ਮਾਨ ਉਹਨਾਂ ਨੇ ਇੱਕ ਅਲਟੀਮੇਟਮ ਦਿੱਤਾ ਪੰਜਾਬ ਦੇ ਲੋਕਾਂ ਨੂੰ ਵੀ ਜੇ 21 ਫਰਵਰੀ 2023 ਤੱਕ ਕੌਮਾਂਤਰੀ ਮਾਂ ਬੋਲੀ ਦਿਵਸ ਮੌਕੇ ਪੰਜਾਬੀ ਦੁਕਾਨਦਾਰਾਂ ਨੇ ਜਾਂ ਪ੍ਰਾਈਵੇਟ ਕੰਪਨੀਆਂ ਨੇ ਆਪਣੇ ਦਰਵਾਜ਼ਿਆਂ ਦੇ ਬਾਹਰ ਪੰਜਾਬੀ ਭਾਸ਼ਾ 'ਚ ਬੋਰਡ ਨਾ ਲਾਏ ਤਾਂ ਫਿਰ ਉਹਨਾਂ ਨੂੰ ਜੁਰਮਾਨਾ ਲੱਗੂਗਾ। ਕਿਵੇਂ ਹੈ? ਬਹੁਤ ਸਵਾਗਤਯੋਗ ਕਦਮ ਹੈ। ਇਸ ਤਰ੍ਹਾਂ ਦਾ ਬਹੁਤ ਪਹਿਲਾਂ ਹੋ ਜਾਣਾ ਚਾਹੀਦਾ ਸੀ, ਕਿਉਂਕਿ ਪੰਜਾਬੀ ਬੋਲੀ ਲੋਕਾਂ ਦੀ ਆਪਣੀ ਬੋਲੀ ਹੈ, ਆਮ ਸਮਝ ਆਉਣ ਵਾਲੀ ਬੋਲੀ ਹੈ, ਬੋਲਚਾਲ ਦੀ ਬੋਲੀ ਹੈ, ਜਿਹੜੀ ਅਨਪੜ੍ਹ ਨੂੰ ਵੀ ਸਮਝ ਆਉਂਦੀ ਹੈ, ਪੜ੍ਹੇ ਲਿਖੇ ਨੂੰ ਵੀ ਸਮਝ ਆਉਂਦੀ ਹੈ, ਲੇਖਕ ਨੂੰ ਵੀ ਸਮਝ ਆਉਂਦੀ, ਵਿਦਿਆਰਥੀ ਨੂੰ, ਹਰ ਇੱਕ ਨੂੰ ਸਮਝ ਆਉਂਦੀ ਹੈ। ਉਹ ਭਾਸ਼ਾ ਜੇ ਹਰ ਜਗ੍ਹਾ ਯੂਜ਼ ਹੋਣੀ ਸ਼ੁਰੂ ਹੋ ਜਾਵੇ, ਹਰ ਜਗ੍ਹਾ ਹੀ, ਸਾਈਨ ਬੋਰਡਾਂ 'ਤੇ ਵੀ, ਦਫ਼ਤਰਾਂ 'ਚ ਵੀ, ਕਚਹਿਰੀਆਂ 'ਚ ਵੀ, ਡਾਕਟਰੀ ਭਾਸ਼ਾ 'ਚ ਵੀ, ਸਾਰੀ ਜਗ੍ਹਾ, ਤੇ ਲੋਕਾਂ ਦੇ ਬਹੁਤ ਸਾਰੇ ਮਸਲੇ ਵੈਸੇ ਹੀ ਠੀਕ ਹੋ ਜਾਣ। ਕਈ ਚੀਜ਼ਾਂ ਤਾਂ ਲੋਕਾਂ ਨੂੰ ਵੈਸੇ ਹੀ ਨਹੀਂ ਸਮਝ ਆਉਂਦੀਆਂ। ਇਹ ਸਾਰੇ ਵਿੱਚੋਂ ਮੈਨੂੰ ਬਤੌਰ ਪੰਜਾਬੀ ਮੈਨੂੰ ਸ਼ਰਮ ਜਾਂ ਸਿਰ ਝੁਕਦਾ ਵੀ ਇੱਕ ਸਟੇਟ ਦੇ ਮੁੱਖ ਮੰਤਰੀ ਨੂੰ ਇਹ ਥ੍ਰੈਟ, ਇਹ ਅਲਟੀਮੇਟਮ ਦੇਣਾ ਪੈ ਰਿਹਾ ਉਸੇ ਸਟੇਟ ਦੇ ਬਸ਼ਿੰਦਿਆਂ ਨੂੰ ਵੀ ਜੇ ਤੁਸੀਂ ਆਪਣੀ ਮਾਂ ਬੋਲੀ ਨੂੰ ਮਾਨਤਾ ਨਾ ਦਿੱਤੀ ਤੇ ਤੁਹਾਡੇ ਮੱਥੇ ਤੇ ਮੈਂ ਜੁਰਮਾਨਾ ਲਾਉਂਗਾ। ਉਹੀ ਗੱਲ ਹੈ ਨਾ, ਇਹ ਜਿਹੜੀ ਗੱਲ ਮੈਂ ਤੁਹਾਨੂੰ ਪਹਿਲਾਂ ਕਿਹਾ ਨਾ ਕਿ ਇੱਕ ਤੰਤਰ ਹੈ ਇੱਕ ਪੂਰਾ, ਉਸ ਤੰਤਰ ਦੀ ਤੁਸੀਂ ਇੱਕ ਤੰਦ ਫੜੀ ਹੈ ਮੁੱਖ ਮੰਤਰੀ ਨੇ ਵੀ ਜੁਰਮਾਨਾ ਕਰ ਦਿਆਂਗੇ ਜੇ ਤੁਸੀਂ ਨਹੀਂ ਵਰਤੋਗੇ, ਹੈ ਨਾ। ਲੇਕਿਨ ਜੇ ਸੱਚੀ ਮੁੱਚੀ ਉਹ ਮਸਲੇ ਨੂੰ ਜੜ ਤੋਂ ਫੜਨਾ ਚਾਹੁੰਦੇ ਨੇ ਤਾਂ ਫਿਰ ਉਹਨੂੰ ਹੋਰ ਵੀ ਬਹੁਤ ਕੁਝ ਫੜਨਾ ਪਊਗਾ।
ਕਿ ਪੰਜਾਬੀ ਭਾਸ਼ਾ 'ਚ ਪੜ੍ਹਾਈ ਕਰਕੇ ਮੈਨੂੰ ਰੁਜ਼ਗਾਰ ਵੀ ਮਿਲੇ। ਇਹ ਨਾ ਹੋਵੇ ਕਿ ਰੁਜ਼ਗਾਰ ਲਈ ਮੈਨੂੰ ਹਿੰਦੀ ਤੇ ਇੰਗਲਿਸ਼ ਪੜ੍ਹਨੀ ਪਵੇ। ਮੁੱਦਾ ਇਹ ਹੈ, ਮੁੱਦਾ ਦਰਵਾਜ਼ਿਆਂ ਦੇ ਬਾਹਰ ਪੰਜਾਬੀ ਲਿਖਣ ਦਾ ਨਹੀਂ ਹੈ। ਉਹ ਚੰਗਾ ਹੈ, ਮੈਂ ਕਹਿੰਦਾ ਵੀ ਲਿਖਿਆ ਜਾਵੇ, ਵਧੀਆ ਗੱਲ ਹੈ। ਕੁਝ ਚੀਜ਼ਾਂ ਸੈਰੀਮੋਨੀਅਲ ਵੀ ਹੁੰਦੀਆਂ, ਰਸਮੀ, ਲੇਕਿਨ ਦਿਸੇ ਤਾਂ ਸਹੀ, ਘੱਟੋ ਦਿਸੇ ਤਾਂ ਸਹੀ। ਪਰ ਜਦ ਤੱਕ ਤੁਸੀਂ ਰੁਜ਼ਗਾਰ ਦੀ ਭਾਸ਼ਾ ਨਹੀਂ ਬਣਾਉਂਦੇ ਆਪਣੀ ਭਾਸ਼ਾ ਨੂੰ, ਤੁਹਾਨੂੰ ਆਪਣੀ ਭਾਸ਼ਾ 'ਚ ਰੁਜ਼ਗਾਰ ਹੀ ਨਹੀਂ ਮਿਲਦਾ। ਤੁਹਾਨੂੰ ਓਪਰੀ ਭਾਸ਼ਾ ਤੁਹਾਨੂੰ ਜਾਣੀ ਸਿੱਖਣੀ ਪੈਂਦੀ ਹੈ। ਉਹ ਤੱਕ ਮਸਲਾ ਹੱਲ ਨਹੀਂ ਹੋਣਾ। ਮਾਂ-ਬਾਪ ਕੀ ਕਰਨ? ਮਾਂ-ਬਾਪ ਕਿੱਥੇ ਨੂੰ ਜਾਣ? ਆਪਣੇ ਨਿਆਣੇ ਨੂੰ ਕਿਉਂ ਨਾ ਕਹਿਣ ਭਾਈ ਅੰਗਰੇਜ਼ੀ ਸਿੱਖ? ਜਦੋਂ ਪਿਛਲੀ ਸਰਕਾਰ ਨੇ ਤਾਂ ਕਹੀ ਦਿੱਤਾ ਸੀ ਨਾ, ਟੀਚਰਸ ਨੂੰ ਵੀ ਕਹਿਤਾ ਸੀ ਵੀ ਆਇਲਸ ਕਰਾਉਣਾ ਸਿੱਖੋ। ਕਿਵੇਂ ਕਰਾਈਦੀ ਹੈ? ਉਹ ਕਹਿੰਦੇ 10ਵੀਂ ਤੋਂ ਸ਼ੁਰੂ ਕਰ ਦਿਓ, ਭੱਜੋ ਬਾਹਰ, ਘਰ ਨਹੀਂ ਰਹਿਣਾ, ਬਾਹਰ ਭੱਜੋ, ਅਸੀਂ ਤੁਹਾਨੂੰ ਨਹੀਂ ਸੰਭਾਲ ਸਕਦੇ। ਪਰ ਉਹ ਉਹਨੂੰ ਪ੍ਰਾਪਤੀ ਦੱਸ ਰਹੇ ਸੀ। ਸੋ ਪ੍ਰਾਪਤੀ ਦੱਸ ਰਹੇ ਆ। ਸੋ ਇਹ ਕਿੱਡਾ ਵੱਡਾ ਸੰਕਟ ਹੈ ਕਿ ਪੰਜਾਬ ਸੂਬਾ, ਪੰਜਾਬੀ ਭਾਸ਼ਾ ਵਾਲਾ ਸੂਬਾ, ਪੰਜਾਬ 'ਚ ਹੀ ਪੰਜਾਬੀ ਦਾ ਸੰਕਟ। ਕੋਈ ਇਹ ਤਾਂ ਮੰਨ ਲਵੇ ਵੀ ਹਰਿਆਣੇ 'ਚ ਲੋਕਾਂ ਨੂੰ ਪੰਜਾਬੀ ਦਾ ਸੰਕਟ ਨਜ਼ਰ ਆ ਰਿਹਾ, ਵੀ ਯੂਪੀ 'ਚ ਲੋਕੀ ਪੰਜਾਬੀ ਰਹਿੰਦੇ, ਉਹਨਾਂ ਨੂੰ ਲੱਗ ਰਿਹਾ ਵੀ ਯਾਰ ਅਸੀਂ ਕਿਸੇ ਹੋਰ ਸੂਬੇ 'ਚ ਰਹਿੰਦੇ ਤੇ ਪੰਜਾਬੀ ਦਾ ਬੜਾ ਸੰਕਟ ਹੈ। ਪੰਜਾਬ 'ਚ ਹੀ ਪੰਜਾਬੀਆਂ ਨੂੰ ਪੰਜਾਬੀ ਦਾ ਸੰਕਟ ਇਹ ਕਿਹਨੇ ਪੈਦਾ ਕੀਤਾ? ਇਹ ਪੂਰਾ 76 ਸਾਲ ਜਿਹੜੀ ਆਪਣੀਆਂ ਸਰਕਾਰਾਂ, ਜਿਹੜੀ ਪਹਿਲਾਂ ਅੰਗਰੇਜ਼ ਲੰਘ ਗਿਆ ਉਹ ਤਾਂ ਲੰਘ ਗਿਆ ਨਾ, 76 ਸਾਲਾਂ ਦੇ ਵਿੱਚ ਇੰਨਾ ਉਲਝਾਇਆ, ਇੰਨੀਆਂ ਚੀਜ਼ਾਂ ਲੋਕਾਂ ਤੋਂ ਆਮ ਪਹੁੰਚ ਤੋਂ ਦੂਰ ਲੈ ਗਏ ਸਾਰੀਆਂ, ਕਿ ਹੁਣ ਉਹਨੂੰ ਠੀਕ ਕਰਨ ਲਈ ਬਹੁਤ ਵੱਡੀ ਰੱਦੋ ਬਦਲ ਦੀ ਲੋੜ ਹੈ। ਸਾਹਿਬ ਜੀ, ਮੈਂ ਇੱਧਰ ਬਹੁਤਾ ਜਾਣਾ ਨਹੀਂ ਚਾਹੁੰਦਾ ਤੁਹਾਡੇ ਕੋਲ, ਕਿਉਂਕਿ ਕੈਨੇਡਾ ਇੰਗਲੈਂਡ ਦੀਆਂ ਗੱਲਾਂ ਸੁਣਨੀਆਂ, ਪਰ ਮੈਨੂੰ ਯਾਦ ਆ ਗਿਆ ਚਰਨਜੀਤ ਚੰਨੀ ਤਕਨੀਕੀ ਸਿੱਖਿਆ ਵਿਭਾਗ ਦੇ ਮੰਤਰੀ ਸੀ ਉਦੋਂ ਉਹਨਾਂ ਨੇ ਐਲਾਨ ਕੀਤਾ ਸੀ ਵੀ ਮੈਂ ਤਕਨੀਕੀ ਸਿੱਖਿਆ ਵਿਭਾਗ ਦੀਆਂ ਪੁਸਤਕਾਂ ਪੰਜਾਬੀ 'ਚ ਛਪਾਊਂਗਾ, ਪਰ ਨਹੀਂ ਹੋਇਆ। ਜਦੋਂ ਇੱਕ ITI 'ਚ ਵੈਲਡਰ ਦਾ ਕੋਰਸ ਕਰਨ ਵਾਲਾ, ਇਲੈਕਟ੍ਰੀਸ਼ੀਅਨ ਦਾ ਕੋਰਸ ਕਰਨ ਵਾਲਾ, ਜਾਂ ਪੋਲੀਟੈਕਨਿਕ 'ਚ ਡਿਪਲੋਮਾ ਕਰਨ ਵਾਲਾ ਸਿਵਲ ਜਾਂ ਮਕੈਨੀਕਲ ਦਾ, ਉਹਨੂੰ ਅੰਗਰੇਜ਼ੀ 'ਚ ਪੜ੍ਹ ਕੇ ਕਰਨਾ ਪਊਗਾ, ਤੇ ਲੱਗਦਾ ਨਹੀਂ ਫਿਰ ਦਰਵਾਜ਼ਿਆਂ ਦੇ ਬਾਹਰ ਬੋਰਡ ਕਿਵੇਂ ਪੰਜਾਬੀ 'ਚ ਲੱਗਣਗੇ? ਹਾਂ, ਕਿਵੇਂ ਲੱਗਣਗੇ? ਉਹੀ ਤਾਂ ਗੱਲ ਹੈ ਨਾ। ਜਦੋਂ ਤੁਸੀਂ ਕਿਸੇ ਨੂੰ ਮਸਲੇ ਨੂੰ ਜੜ ਤੋਂ ਫੜਨ ਦੀ ਕੋਸ਼ਿਸ਼ ਨਹੀਂ ਕਰਦੇ, ਜਦੋਂ ਤੁਸੀਂ ਹੈ ਨਾ, ਉਦੋਂ ਤੱਕ ਤਾਂ ਠੀਕ ਨਹੀਂ ਹੋਣਾ। ਰੁੱਖ ਦੇ ਬਿਮਾਰੀ ਤਾਂ ਜੜ 'ਚ ਪਈ ਹੋਈ ਹੈ। ਤੁਸੀਂ ਪੱਤੇ ਟਾਹਣੀਆਂ ਜਿੰਨੇ ਮਰਜ਼ੀ ਕੱਟ ਕੇ ਦੇਖੀ ਜਾਓ, ਇਹਨੂੰ ਕੱਟ ਦੋ, ਉਹਨੂੰ ਕੱਟ ਦੋ, ਉਹਨੂੰ ਕੱਟ ਦੋ, ਇਹਦੇ ਤੇ ਆਹ ਦਵਾਈ ਛਿੜਕ ਦੋ, ਬਿਮਾਰੀ ਤਾਂ ਜੜ੍ਹਾਂ 'ਚ ਪਈ ਹੈ। ਜੜ੍ਹਾਂ 'ਚ ਪਾਈ ਵੀ ਆਪ ਪਈ ਹੈ, ਕਿਸੇ ਬਗਾਨੇ ਨੇ ਨਹੀਂ ਪਾਈ, ਆਪੇ ਪਾਈ। ਆਪਣੀਆਂ ਸਰਕਾਰਾਂ ਸੀ ਜਿੰਨੀਆਂ ਵੀ ਹੁਣ ਤੱਕ ਬਣੀਆਂ ਸਾਰੀਆਂ। ਸੋ ਆਪਣੀ ਭਾਸ਼ਾ ਨੂੰ ਅਸੀਂ ਆਪੇ ਵਿਗਾੜਿਆ। ਹੁਣ ਅਸੀਂ ਹੱਲ ਕੱਢ ਰਹੇ ਹਾਂ, ਹੱਲ ਉਦਾਂ ਦੇ ਕੱਢ ਰਹੇ ਹਾਂ ਕਿ ਜੇ ਤਾਂ ਅਸੀਂ ਪੰਜਾਬ 'ਚ ਕਹਿੰਦੇ ਵੀ ਨਸ਼ਿਆਂ ਦਾ ਇਲਾਜ ਕਰਨਾ, ਤੇ ਅਸੀਂ ਕੀ ਕਹਿੰਦੇ, ਛੋਟਾ ਮੋਟਾ ਅਮਲੀ ਵਿਚਾਰਾ ਜਿਹੜਾ ਐਵੇਂ ਮਾੜਾ ਮੋਟਾ ਨਸ਼ਾ ਕਰਨ ਵਾਲਾ ਹੁੰਦਾ, ਆਪਾਂ ਫੜ ਕੇ ਉਹਨੂੰ ਸੁੱਟ ਲੈਂਦੇ ਹਾਂ। ਤੇ ਹੁਣ ਜੇ ਪੰਜਾਬੀ ਭਾਸ਼ਾ ਦੀ ਗੱਲ ਹੈ, ਤੇ ਪੰਜਾਬੀ ਭਾਸ਼ਾ ਦੀ ਗੱਲ ਬੋਰਡਾਂ ਰਾਹੀਂ ਆਪਾਂ ਠੀਕ ਕਰ ਲੈਣੀ ਹੈ। ਕਲਾਕਾਰ ਦੀ ਗੱਲ ਕਰਦੇ ਹਾਂ, ਤੁਸੀਂ ਕਿਹਾ ਮੈਂ ਕੈਨੇਡਾ ਤੇ ਇੰਗਲੈਂਡ 'ਚ ਜਾ ਕੇ ਆਪਣੇ ਨਾਟਕ ਰਾਹੀਂ ਕੁਛ ਦੇਣ ਦਾ ਯਤਨ ਕੀਤਾ, ਸਮਾਜ ਦੀਆਂ ਗੱਲਾਂ ਸਾਂਝੀਆਂ ਕੀਤੀਆਂ, ਚਿੰਤਨ ਕੀਤਾ, ਸਭ ਕੁਛ ਕੀਤਾ, ਪਰ ਅੱਜ ਦੇ ਕਲਾਕਾਰਾਂ ਨੂੰ ਕੀ ਹੋਇਆ? ਇੱਕ ਖਬਰ ਇਹ ਆਉਂਦੀ ਹੈ ਵੀ ਕੰਵਰ ਗਰੇਵਾਲ ਦੇ ਘਰ ਇਨਕਮ ਟੈਕਸ ਵਿਭਾਗ ਨੇ ਜਿਹੜਾ ਰੇਡ ਕੀਤਾ, ਰਣਜੀਤ ਬਾਵਾ ਦੇ ਘਰ ਰੇਡ ਕੀਤਾ, NIA ਜਿਹੜੀ ਹੈ ਉਹ ਫਲਾਣੇ ਕਲਾਕਾਰ ਨੂੰ ਉਹਨੇ ਤਲਬ ਕੀਤਾ, ਮਾਨਸਾ ਪੁਲਿਸ ਜਿਹੜੀ ਫਲਾਣੇ ਕਲਾਕਾਰ ਨੂੰ ਤਲਬ ਕਰ ਰਹੀ ਹੈ, ਇੰਟੈਰੋਗੇਟ ਕਰ ਰਹੀ ਹੈ। ਇਹ ਕੀ ਚੱਲ ਰਿਹਾ? ਅਸਲ ਦੇ ਵਿੱਚ ਉਹੀ ਗੱਲ ਹੈ ਨਾ ਭਾਜੀ, ਫਿਰ ਜਦੋਂ ਅਸੀਂ ਇਹ ਸੋਚੀਏ ਵੀ ਇਨਕਮ ਟੈਕਸ ਡਿਪਾਰਟਮੈਂਟ ਕਿੱਥੇ ਦੌਰਾ ਮਾਰ ਰਿਹਾ, ਕਿਹਨੂੰ ਤਲਬ ਕਰ ਰਿਹਾ? ਰਣਜੀਤ ਬਾਵਾ ਨੂੰ, ਕੰਵਰ ਗਰੇਵਾਲ ਨੂੰ। ਜਦ ਕਿ ਸਾਨੂੰ ਪਤਾ ਹੈ ਕਿ ਜਿਹੜਾ ਪੰਜਾਬੀ ਗਾਇਕੀ ਦਾ ਸਟਾਰਡਮ ਹੈ, ਉਹ ਪੰਜਾਬੀ ਗਾਇਕੀ ਦੇ ਸਟਾਰਡਮ ਦੇ ਸਿਖਰਲੇ ਪੌਡੇ ਤੇ ਇਹਨਾਂ ਦੋਨਾਂ ਵਿੱਚੋਂ ਕੋਈ ਵੀ ਨਹੀਂ ਬੈਠਾ। ਬਿਲਕੁਲ ਠੀਕ ਹੈ। ਸਿਖਰਲੇ ਪੌਡੇ ਤੇ ਤਾਂ ਹੋਰ ਬਹੁਤ ਵੱਡੇ ਬੈਠੇ ਹੈ ਨਾ, ਕੰਵਰ ਗਰੇਵਾਲ ਤਾਂ ਘੱਟੋ ਘੱਟ ਨਹੀਂ ਬੈਠਾ ਉਹ ਸਿਖਰਲੇ ਪੌਡੇ ਦੇ ਉੱਤੇ। ਇਹਨਾਂ ਤੇ ਕਿਉਂ ਅਟੈਕ ਹੋ ਰਿਹਾ? ਇਹਨਾਂ ਨੇ ਕਿੰਨਾ ਕੁ ਪੈਸਾ ਇਕੱਠਾ ਕਰ ਲਿਆ ਜਿਹੜਾ ਇਨਕਮ ਟੈਕਸ ਰਿਟਰਨ ਵਾਲੇ ਨੂੰ ਉੱਥੇ ਜਾਣਾ ਪੈ ਗਿਆ? ਤੇ ਜਿਹੜੇ ਵੱਡੇ ਪੋਲੀਟੀਕਲ ਹਸਤੀਆਂ ਜਿਨ੍ਹਾਂ ਬਾਰੇ ਬਿਆਨ ਦੇ ਕੇ ਸਾਡੀਆਂ ਸਰਕਾਰਾਂ ਆਉਂਦੀਆਂ ਕਿ ਸਾਡੀ ਸਰਕਾਰ ਬਣਾਓ, ਅਸੀਂ ਉਹਨੂੰ ਅੰਦਰ ਨੱਪ ਦਿਆਂਗੇ, ਅਸੀਂ ਉਹਦੀ ਸਾਰੀ ਜਾਇਦਾਦ ਜ਼ਬਤ, ਉਹ ਤਾਂ ਕਦੇ ਜ਼ਬਤ ਹੋਈ ਨਹੀਂ। ਲੱਗਦਾ ਨਹੀਂ ਕੰਵਰ ਗਰੇਵਾਲ ਦੇ ਜਿਹੜੇ ਸ਼ਬਦ ਨੇ ਚੁੱਭਵੇਂ, ਜਿਹੜੇ ਉਹ ਕਹਿੰਦੇ ਜ਼ਿਆਦਾ ਚੁੱਭ ਗਏ, ਜਿਹੜਾ ਕਹਿੰਦਾ ਦਿੱਲੀ ਨਾਲ ਪੇਚਾ ਪੈ ਗਿਆ, ਉਹੀ ਮੈਂ ਉੱਥੇ ਹੀ ਕਹਿਣ ਲੱਗਾ ਸੀਗਾ ਨਾ ਕਿ ਚੁੱਭਦੇ ਕਿਉਂ ਆ? ਚੁੱਭਦੇ ਇਸੇ ਕਰਕੇ ਨੇ ਕਿ ਇਹ ਜਦੋਂ ਇਹਨਾਂ ਲੋਕਾਂ ਦੇ ਹੱਕ 'ਚ ਖੜ ਗਏ, ਲੋਕਾਂ ਦਾ ਅੰਦੋਲਨ ਹੋਇਆ, ਜਨ ਅੰਦੋਲਨ ਹੋਇਆ, ਉਹਦੇ 'ਚ ਰਣਜੀਤ ਬਾਵਾ ਵੀ ਖੜਾ ਸੀਗਾ, ਕੰਵਰ ਗਰੇਵਾਲ ਵੀ ਖੜਾ ਸੀ, ਹੋਰ ਵੀ ਬਹੁਤ ਸੀਗੇ ਖੜੇ, ਹਾਲੇ ਹੋਰ ਆਉਣਗੇ, ਹੋਰ ਆਉਣਗੇ, ਉਹਨਾਂ ਦੇ ਆ ਗਿਆ। ਤੇ ਇਹਦਾ ਮਤਲਬ ਇਹ ਹੈਗਾ ਵੀ ਜਦੋਂ ਤੁਸੀਂ ਬਤੌਰ ਕਲਾਕਾਰ, ਬਤੌਰ ਲੇਖਕ, ਜੇ ਤੁਸੀਂ ਲੋਕਾਂ ਸੰਗ ਜੋਟੀ ਪਾਓਗੇ ਨਿੱਖਰ ਕੇ ਐਨ, ਇਹ ਨਹੀਂ ਹੈ ਨਾ ਵੀ ਅੱਧੀ ਇੱਧਰਲੀ ਮੈਂ ਅੱਧੀ ਉੱਧਰਲੀ ਨਾ, ਜੇ ਨਿੱਖਰ ਕੇ ਆਓਗੇ ਤਾਂ ਇਹੋ ਜਿਹੀਆਂ ਸਮੱਸਿਆਵਾਂ ਤੁਹਾਨੂੰ ਆ ਸਕਦੀਆਂ। ਉਹਨਾਂ ਸਮੱਸਿਆਵਾਂ ਲਈ ਤੁਹਾਨੂੰ ਤਿਆਰ ਰਹਿਣਾ ਚਾਹੀਦਾ। ਕੰਵਰ ਗਰੇਵਾਲ ਦੇ ਨਾਲ ਹੈ ਅਸੀਂ, ਰਣਜੀਤ ਬਾਵਾ ਦੇ ਨਾਲ ਹੈ। ਪਹਿਲਾਂ ਵੀ ਹੋਇਆ, ਰਣਜੀਤ ਬਾਵਾ ਦੇ ਇੱਕ ਗਾਣੇ ਦੇ ਉੱਤੇ ਪਹਿਲਾਂ ਵੀ ਬਹੁਤ ਉਹਦੇ ਤੇ ਅਟੈਕ ਹੋਇਆ ਸੀਗਾ, ਉਦੋਂ ਵੀ ਬਹੁਤ ਸਾਰੇ ਆਏ ਸੀ, ਪਰ ਜਿਹੜੇ ਮੈਂ ਉਹੀ ਕਰਨਾ, ਜਿਹੜੇ ਸਿਖਰਲੇ ਪੌਡਿਆਂ ਤੇ ਬੈਠੇ ਹੁੰਦੇ ਉਹ ਨਹੀਂ ਬੋਲਦੇ ਉਸ ਵੇਲੇ,
ਉਹ ਚੁੱਪ ਰਹਿੰਦੇ ਆ, ਉਹ ਅੰਦਰ ਖਾਤੇ ਕੁਝ ਕਰ ਲੈਂਦੇ ਆ, ਡਰਦੇ ਆ ਜਾਂ ਕੁਝ ਮੈਨੂੰ ਕਰਦੇ ਯਾਦ ਆਇਆ ਕਮਰ ਗਰੇਵਾਲ ਦੇ ਸਾਦਗੀ ਤੇ ਮੈਂ ਇਦਾਂ ਹੀ ਇੰਟਰਵਿਊ ਕਰ ਰਿਹਾ ਸੀ ਤੇ ਇੱਕ ਇੰਨਾ ਕੁ ਮੋਬਾਈਲ ਪੀਲੇ ਜਿਹੇ ਰੰਗ ਦਾ ਫੜਿਆ ਤੇ ਮੈਂ ਕਿਹਾ ਕਮਰ ਜੀ ਇਹ ਕੀ? ਕਹਿੰਦਾ ਮੇਰਾ ਮੋਬਾਈਲ ਹੈ। ਮੈਂ ਕਿਹਾ ਕਿੰਨੇ ਦਾ ਲਿਆ ਹੈ? ਕਹਿੰਦਾ ਸ਼ਾਇਦ 1300-1400 ਰੁਪਏ ਦਾ ਲਿਆ। ਚਲੋ ਉਹ ਠੀਕ ਹੈ, ਉਹਦੀ ਗਾਇਕੀ ਨੂੰ ਭਰਪੂਰ ਜਿਹੜਾ ਵਿੱਤੀ ਤੌਰ ਤੇ ਵੀ ਜਿਹੜਾ ਹੈ ਫਲ ਲੱਗਦਾ ਹੈ, ਪਰ ਉਹ ਤੇ ਬੜਾ ਸਧਾਰਨ ਹੈ ਬਹੁਤ। ਬਿਲਕੁਲ ਨਹੀਂ, ਉਹ ਸਲਾਮ ਹੈ ਉਸ ਕਲਾਕਾਰ ਨੂੰ। ਮੈਂ ਤੇ ਦਿੱਲੀ ਮੋਰਚੇ ਦੇ ਵਿੱਚ ਬਹੁਤ ਅਸੀਂ ਏਦਾਂ ਅੰਗ ਸੰਗ ਮੋਢੇ ਨਾਲ ਮੋਢਾ ਜੋੜ ਕੇ ਵਿਚਰਦੇ ਰਹੇ ਹਾਂ, ਵੱਡੀਆਂ ਸਟੇਜਾਂ ਤੇ ਅਸੀਂ ਨਾਟਕ ਕਰਦੇ ਰਹੇ। ਉੱਥੇ ਕਮਰ ਗਰੇਵਾਲ ਆਇਆ ਹੁੰਦਾ ਸੀ ਔਰ ਕਮਰ ਗਰੇਵਾਲ ਆ ਕੇ ਬਹੁਤ ਵੱਡੇ ਪੱਧਰ ਤੇ ਉਹਨੇ ਕਿਸਾਨੀ ਅੰਦੋਲਨ ਨੂੰ ਜਿਹੜਾ ਹੈ ਮੋਬਿਲਾਈਜ਼ ਕੀਤਾ। ਐਂ ਬਹਿ ਜਾਂਦਾ ਸੀ ਆ ਕੇ ਸਾਹਮਣੇ, ਔਰ ਉਹ ਜਿਹੜਾ ਵੀ ਸਟੇਜ ਚਲਾ ਰਿਹਾ ਹੁੰਦਾ ਸੀ ਜਥੇਬੰਦੀ ਦਾ ਕੋਈ ਆਗੂ, ਉਹਨੂੰ ਕਹਿੰਦਾ ਸੀ ਮੈਂ ਆ ਗਿਆ ਬੈਠਾ, ਮੇਰੇ ਹਿਸਾਬ ਨਾਲ ਪ੍ਰੋਗਰਾਮ ਨੂੰ ਬਦਲ ਰਿਓ, ਆਪਣੀ ਮਰਜ਼ੀ ਨਾਲ ਜੋ ਤੁਹਾਨੂੰ ਲੱਗਦਾ ਮੈਨੂੰ ਬੁਲਾ ਲਿਓ, ਮੈਂ ਸਟੇਜ ਤੇ ਆਉਂਗਾ ਗਾਉਂਗਾ। ਬਿਨਾਂ ਸਾਜ਼ਾਂ ਤੋਂ ਗਾ ਕੇ ਚਲੇ ਜਾਂਦਾ ਸੀਗਾ, 10 ਮਿੰਟ ਗਾਉਂਦੇ ਫਿਰ ਕਹਿੰਦਾ ਮੈਂ ਦੂਜੀ ਸਟੇਜ ਤੇ ਚੱਲਿਆ, ਹੁਣ ਮੈਂ ਉਹ ਸਟੇਜ ਤੇ ਚੱਲਿਆ, ਕਿੰਨੇ ਵਜੇ ਮੈਂ ਫੇਰ ਆ ਜਾਊਂਗਾ। ਐਂ ਵਿਚਰਦਾ ਸੀ, ਐਂ ਰੋਟੀ ਖਾਂਦਾ, ਐਂ ਝਾੜੂ ਮਾਰਦਾ ਫਿਰਦਾ ਸੀ, ਉੱਥੇ ਸਫਾਈਆਂ ਕਰਦਾ ਸੀ, ਹੈਨਾ। ਸੋ ਉਹ ਵੱਡੀ ਇਤਿਹਾਸਕ ਦੇਣ ਹੈ ਇਹਨਾਂ ਸਿੰਗਰਸ ਦੀ। ਪੰਜਾਬੀ ਸਮਾਜ ਨੂੰ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਹੈ ਕਿ ਕਦੇ ਵੀ ਉਸ ਚੀਜ਼ ਨੂੰ ਭੁਲਾਉਣਾ ਨਹੀਂ ਚਾਹੀਦਾ ਵੀ ਨਾਲ ਖੜੇ ਆ। ਜੇ ਇਹਨਾਂ ਨਾਲ ਧੱਕਾ ਹੁੰਦਾ ਕਿਸੇ ਟਾਈਮ ਵੀ, ਉਸ ਧੱਕੇ ਦੇ ਖਿਲਾਫ ਆਵਾਜ਼ ਵੀ ਬੁਲੰਦ ਕਰਨੀ ਚਾਹੀਦੀ ਹੈ। ਔਰ ਬਤੌਰ ਕਲਾਕਾਰ ਭਾਈਚਾਰਾ ਅਸੀਂ ਤੇ ਆਵਾਜ਼ ਬੁਲੰਦ ਕਰਦੇ ਹਾਂ ਤੇ ਕਰਦੇ ਰਹਾਂਗੇ ਕਿ ਐਦਾਂ ਧੱਕਾ ਨਹੀਂ ਹੋਣਾ ਚਾਹੀਦਾ। ਬਾਕੀ ਜੇ ਕਾਨੂੰਨ ਦੀ ਗੱਲ ਕਰੀਏ ਤੇ ਆਪਾਂ ਕਈ ਵਾਰੀ ਸਾਨੂੰ ਕੋਈ ਕਹਿ ਦਿੰਦਾ ਨਾ, ਲਓ ਜੀ ਤੁਸੀਂ ਬੋਲਦੇ ਹੋ, ਇਹ ਤਾਂ ਕਾਨੂੰਨ ਹੈ। ਹੁਣ ਕਾਨੂੰਨ ਹੈ, ਕਾਨੂੰਨ ਦੇ ਵਿੱਚ ਇਨਕਮ ਜੇ ਵੱਧ ਹੋ ਗਈ ਤਾਂ ਇਨਕਮ ਟੈਕਸ ਰਿਟਰਨ ਫਿਰ ਹੁੰਦਾ ਵੀ ਸਰ ਐਡੇ ਵੱਡੇ ਫਨੀਅਰ ਸੱਪ ਬੈਠੇ ਨੇ, ਪਹਿਲਾਂ ਉਹਨਾਂ ਦੀ ਸਿਰੀ ਤਾਂ ਨੱਪ ਲਓ, ਫਿਰ ਸਾਨੂੰ ਵੀ ਕਾਨੂੰਨ ਸਮਝਾ ਦਿਓ। ਕਾਨੂੰਨ ਕੱਲਾ ਇਦਾਂ ਹੀ ਕਿਉਂ ਬਣਦਾ? ਫਿਰ ਬਾਕੀਆਂ ਲਈ ਕਾਨੂੰਨ ਕਿੱਥੇ ਚਲਾ ਜਾਂਦਾ? ਜਿਹੜੇ ਐਡੇ ਵੱਡੀ ਗਿਰਜਾਂ ਬੈਠੀਆਂ। ਸਾਹਿਬ ਜੀ ਆਪਾਂ ਥੋੜਾ ਲੇਖਕਾਂ ਵੱਲ ਚੱਲੀਏ, ਕਿਉਂਕਿ ਜਿਹੜੇ ਤੁਸੀਂ ਇਹ ਤੁਹਾਡੀ ਇਹ ਕਲਾ ਕਿਰਤ ਸੀ, ਤੁਸੀਂ ਨਾਟਕ ਖੇਡ ਕੇ ਆਏ ਜੇ, ਲੇਖਕ ਦੀ ਗੱਲ ਕੀਤੀ ਵੀ ਲੇਖਕ ਕਿਹੋ ਜਿਹਾ ਹੋਣਾ ਚਾਹੀਦਾ, ਤੁਹਾਡੇ ਮੁਤਾਬਕ ਕਿੱਦਾਂ ਦਾ ਲੇਖਕ ਚਾਹੀਦਾ? ਦੇਖੋ ਮੈਨੂੰ 34 ਸਾਲ ਹੋ ਗਏ ਇਸ ਫੀਲਡ ਦੇ ਵਿੱਚ, ਕਲਾਤਮਕ ਫੀਲਡ ਦੇ ਵਿੱਚ। ਪਹਿਲਾਂ ਸਿਰਫ ਐਕਟਰ ਦੇ ਤੌਰ ਤੇ ਵਿਚਰਦਾ ਸੀ, ਹੌਲੀ ਹੌਲੀ ਫਿਰ ਲਿਖਣਾ ਵੀ ਸ਼ੁਰੂ ਕੀਤਾ ਹੈ ਨਾ। ਹੁਣ ਲਿਖਦਿਆਂ ਵੀ ਮੈਨੂੰ ਲਗਭਗ ਸਮਝ ਲਓ 25-26 ਸਾਲ ਹੋ ਗਏ। ਤੋ ਲਿਖਦਿਆਂ ਇੱਕ ਸਵਾਲ ਦੇ ਮੈਂ ਬਾਰ-ਬਾਰ ਰੂਬਰੂ ਹੁੰਦਾ ਸੀ ਕਿ ਬਹੁਤ ਵਾਰੀ ਕਿਹਾ ਜਾਂਦਾ ਕਿ ਲੇਖਕ ਦੀ ਕਮਿਟਮੈਂਟ ਹੁੰਦੀ ਹੈ, ਲੇਖਕ ਦੀ ਪ੍ਰਤੀਬੱਧਤਾ ਹੁੰਦੀ, ਲੇਖਕ ਸਮਾਜ ਪ੍ਰਤੀ ਪ੍ਰਤੀਬੱਧ ਹੋਣਾ ਚਾਹੀਦਾ, ਸਮਾਜ ਨਾਲ ਉਹਦਾ ਰਿਸ਼ਤਾ ਹੋਣਾ ਚਾਹੀਦਾ। ਇੱਕ ਲੇਖਕ ਵਰਗੇ ਵੀ ਕਹਿੰਦਾ ਵੀ ਲੇਖਕ ਦਾ ਇਦਾਂ ਦਾ ਕੁਝ ਨਹੀਂ ਹੁੰਦਾ ਵੀ ਲੇਖਕ ਨੇ ਕੋਈ ਤਬਦੀਲੀ ਲਿਆ ਦੇਣੀ ਜਾਂ ਇਨਕਲਾਬ ਲਿਆ ਦੇਣਾ। ਲੇਖਕ ਤਾਂ ਆਪਣੇ ਅੰਦਰ ਲਈ ਲਿਖਦਾ ਹੈ, ਉਹਨੂੰ ਅੰਦਰ ਜਿਹੜੀ ਗੱਲ ਉਹਦੇ ਭਾਵਨਾ ਜਾਗਦੀ ਉਹਦੇ ਲਈ ਲਿਖਦਾ। ਇਹਨਾਂ ਦੋਨਾਂ ਦੇ ਵਿੱਚ ਵਿਚਾਲੇ ਜੇ ਮੈਨੂੰ ਐਂ ਲੱਗਦਾ ਸੀ ਵੀ ਕੋਈ ਤਾਂ ਤਰੀਕਾ ਹੋਊਗਾ, ਕੋਈ ਤਾਂ ਐਸਾ ਪੈਰਾਮੀਟਰ ਹੋਣਾ ਚਾਹੀਦਾ ਵੀ ਜਿਹੜਾ ਸਮਾਜ ਸਮਝੇ ਵੀ ਯਾਰ ਜੇ ਲੇਖਕ ਹੈ ਤੇ ਸਾਡੇ ਲਈ ਆਹ ਕੁਝ ਕਰ ਰਿਹਾ, ਤੇ ਲੇਖਕ ਇਹ ਸਮਝੇ ਕਿ ਜੇ ਮੈਂ ਸਮਾਜ ਲਈ ਕੁਝ ਕਰ ਰਿਹਾ ਤੇ ਸਮਾਜ ਆਹ ਕੁਝ ਕਰ ਰਿਹਾ। ਦੋਨਾਂ ਦਾ ਆਪਸੀ ਰਿਸ਼ਤਾ ਤਾਂ ਹੀ ਬਣੂ ਨਾ। ਇੱਕ ਧਿਰ ਨਹੀਂ ਬਣਾ ਸਕਦੀ, ਨਾ ਹੀ ਇਕੱਲਾ ਸਮਾਜ ਬਣਾ ਸਕਦਾ, ਨਾ ਹੀ ਇਕੱਲਾ ਲੇਖਕ ਬਣਾ ਸਕਦਾ। ਤੇ ਕਰਦਿਆਂ ਮੈਂ ਇੱਕ ਨਤੀਜੇ ਤੇ ਪਹੁੰਚਿਆ, ਮਤਲਬ ਜਿਵੇਂ ਹੁੰਦਾ ਨਾ ਕਿ ਗੁਰੂ ਨਾਨਕ ਦੇਵ ਜੀ, ਜਿਹੜੇ ਤਾਂ ਪਖੰਡੀ ਲੋਕ ਹੁੰਦੇ ਉਹ ਤਾਂ ਕਹਿੰਦੇ ਵੀ ਗੁਰੂ ਨਾਨਕ ਦੇਵ ਜੀ ਰਾਤੀ ਮੇਰੇ ਸੁਪਨੇ 'ਚ ਆਏ, ਉਹਨਾਂ ਨੇ ਮੇਰੇ ਸਿਰ ਤੇ ਹੱਥ ਰੱਖ ਗਏ ਤੇ ਬਸ ਬੱਲੇ ਬੱਲੇ ਹੋ ਗਈ। ਆਪਾਂ ਉਹਨਾਂ 'ਚ ਤਾਂ ਹੈ ਨਹੀਂ ਗੀ। ਪਰ ਜਦੋਂ ਕਰਦੇ ਮੈਂ ਇਸ ਕਨਸੈਪਟ ਨੂੰ ਸਮਝਣ ਦੀ ਕੋਸ਼ਿਸ਼ ਕੀਤਾ ਤੇ ਬਾਬਾ ਨਾਨਕ ਮੇਰੀ ਮਦਦ ਤੇ ਆ ਖੜੇ। ਜਦੋਂ ਮੈਂ ਬਾਬਾ ਨਾਨਕ ਦੀ ਸਾਰੀ ਜ਼ਿੰਦਗੀ, ਸਾਰਾ ਫਲਸਫਾ, ਸਾਰੀ ਉਹਨਾਂ ਦੀ ਗੁਰਬਾਣੀ, ਉਹਦਾ ਜਦੋਂ ਮੈਂ ਅਧਿਐਨ ਕੀਤਾ ਤੇ ਮੈਨੂੰ ਲੱਗਾ ਕਿ 3 ਗੱਲਾਂ ਬਹੁਤ ਪ੍ਰਮੁੱਖ ਨੇ ਬਾਬੇ ਦੀਆਂ। ਇੱਕ ਤਾਂ ਬਾਬੇ ਦੇ ਪੱਲੇ ਸੱਚ ਹੈ, ਔਰ ਬਾਬਾ ਸੱਚ ਤੋਂ ਨਾ ਖੱਬੇ ਹੁੰਦਾ ਨਾ ਸੱਜੇ ਹੁੰਦਾ, ਬਾਬਾ ਸੱਚ ਤੇ ਖੜਾ। ਦੂਸਰਾ ਜਿਹੜੀ ਬਹੁਤ ਵੱਡੀ ਗੱਲ ਹੈ ਕਿ ਬਾਬਾ ਉਸ ਸੱਚ ਨੂੰ ਬੋਲਣ ਲੱਗਿਆ ਬੇਖੌਫ ਹੈ। ਬਾਬਾ ਨਾ ਹਾਕਮ ਤੋਂ ਡਰਦਾ, ਨਾ ਪੁਜਾਰੀ ਵਰਗ ਤੋਂ ਡਰਦਾ, ਕਿਸੇ ਤੋਂ ਨਹੀਂ ਡਰਦਾ ਜਦੋਂ ਸੱਚ ਬੋਲਣਾ। ਲੇਕਿਨ ਤੀਜੀ ਗੱਲ ਜਿਹੜੀ ਬਤੌਰ ਲੇਖਕ ਤੇ ਕਲਾਕਾਰ ਮੇਰੇ ਲਈ ਸਮਝਣ ਵਾਲੀ ਗੱਲ ਸੀ, ਉਹ ਸੀ ਕਿ ਬਾਬਾ ਜਿੰਨਾ ਸੱਚ ਬੋਲਦਾ, ਬੇਖੌਫ ਹੋ ਕੇ ਬੋਲਦਾ, ਸਾਰਾ ਹੀ ਭਾਜੀ ਕਲਾਤਮਕ ਤਰੀਕੇ ਨਾਲ ਬੋਲਦਾ। ਬਾਬੇ ਦੀ ਬਾਣੀ ਦੇ ਵਿੱਚ ਕਿਤੇ ਵੀ ਇਹੋ ਜਿਹੀ ਗੱਲ ਨਹੀਂ ਜਿਹੜੀ ਕਲਾਤਮਕ ਨਾ ਹੋਵੇ। ਸੋ ਉਹ ਇਸ ਕਰਕੇ ਹੈ ਕਿ ਬਾਬਾ ਜਿਹੜਾ ਸੱਚ ਬੋਲ ਰਿਹਾ ਉਹ ਲੋਕਾਂ ਤੱਕ ਕਿਉਂ ਗਿਆ ਐਡੀ ਵੱਡੀ ਪੱਧਰ ਦੇ ਉੱਤੇ, ਉਹ ਤਿੰਨੇ ਫੈਕਟਰ ਜੁੜ ਕੇ ਗਿਆ ਕਿ ਤਿੰਨੋਂ ਹੀ ਜਿਹੜੇ ਫੈਕਟਰ ਨੇ ਉਹ ਹੈ। ਸੋ ਮੈਨੂੰ ਇਹ ਲੱਗਾ ਕਿ ਬਤੌਰ ਲੇਖਕ ਫਿਰ ਮੈਂ ਇੰਸਪਾਇਰ ਕਿੱਥੋਂ ਹੋਣਾ ਜਦੋਂ ਮੇਰੇ ਕੋਲ ਗੁਰੂ ਨਾਨਕ ਦੇਵ ਜੀ ਬੈਠੇ ਨੇ, ਹੈ ਨਾ। ਸੋ ਇਸ ਕਰਕੇ ਉਸ ਥੀਮ ਨੂੰ ਮੈਂ ਆਪਣੇ ਨਾਟਕ ਦੇ ਵਿੱਚ ਲਿਆ ਕਿ ਜਿਹੜਾ ਲੇਖਕ ਹੈ ਉਹ ਆਪਣੇ ਆਲੇ ਦੁਆਲੇ ਜੋ ਕੁਝ ਵਾਪਰ ਰਿਹਾ, ਜਿਸ ਤਰ੍ਹਾਂ ਦੀ ਘਟਨਾਵਾਂ ਵਾਪਰ ਰਹੀਆਂ ਜਿਹਦੇ ਨਾਲ ਉਹਦਾ ਸਮਾਜ ਪੀੜਤ ਹੋ ਰਿਹਾ, ਸਮਾਜ ਦੇ ਬਹੁਤ ਸਾਰੇ ਵਰਗ ਪੀੜਤ ਹੋ ਰਹੇ ਨੇ, ਉਹਦੇ ਬਾਰੇ ਸੱਚ ਬੋਲੇ। ਲੇਕਿਨ ਸੱਚ ਬੋਲਣ ਤੋਂ ਪਹਿਲਾਂ ਵਿਸ਼ਲੇਸ਼ਣ ਕਰੇ, ਪ੍ਰੋਪਰ ਵਿਸ਼ਲੇਸ਼ਣ ਕਰੇ, ਉਹਦੀ ਰੂਟ ਕਾਜ਼ ਸਮਝਣ ਦੀ ਕੋਸ਼ਿਸ਼ ਕਰੇ। ਕੋਈ ਸਤਹੀ ਸੱਚ ਨਾ ਉਹ ਦੇ ਦੇਵੇ, ਐਦਾਂ ਦਾ ਸੱਚ ਲੈ ਕੇ ਆਵੇ ਕਿ ਉਹਦੀਆਂ ਸਾਰੀਆਂ ਪਰਤਾਂ ਫਰੋਲੇ, ਫਿਰ ਉਸ ਸੱਚ ਦੇ ਉੱਤੇ ਪਹਿਰਾ ਦੇਵੇ ਬੇਖੌਫ ਹੋ ਕੇ। ਫਿਰ ਇਹ ਨਾ ਸੋਚੇ ਕਿ ਜੇ ਮੈਂ ਆਹ ਸੱਚ ਬੋਲ ਦਿੱਤਾ ਤੇ ਮੈਨੂੰ ਉਹ ਫਲਾਣਾ ਪੁਰਸਕਾਰ ਨਹੀਂ ਮਿਲੂਗਾ, ਜੇ ਮੈਂ ਆਹ ਸੱਚ ਬੋਲੂਗਾ ਤੇ ਆਹ ਰਾਜਨੀਤਿਕ ਧਿਰ ਮੇਰੇ ਨਾਲ ਨਾਰਾਜ਼ ਹੋ ਜੂਗੀ, ਜਾਂ ਮੈਂ ਸਲਾਖਾਂ ਦੇ ਪਿੱਛੇ ਚੱਲ ਜੂੰਗਾ। ਤੇ ਤੀਸਰੀ ਗੱਲ ਹੈ, ਤੁਸੀਂ ਆਪਣੇ ਜੌਨਰ ਨਾਲ, ਆਪਣੀ ਕਲਾ ਨਾਲ ਇਨਸਾਫ ਕਰੋ ਜ਼ਰੂਰ, ਕਿ ਜੋ ਪੇਸ਼ ਕਰੋ
ਉਹ ਕਲਾਤਮਕ ਹੋਵੇ। ਜੇ ਕਲਾਤਮਕ ਨਹੀਂ ਹੋਊਗਾ ਫਿਰ ਲੋਕੀ ਤੁਹਾਨੂੰ ਕਿੰਨੀ ਕੁ ਦੇਰ ਤੱਕ ਸੁਣਦੇ ਰਹਿਣਗੇ, ਲੋਕੀ ਦੁਖੀ ਹੋ ਜਾਣਗੇ। ਲੋਕੀ ਕਹਿਣਗੇ ਕਿ ਇਹ ਤਾਂ ਅਸੀਂ ਆਗੂਆਂ ਕੋਲੋਂ ਵੀ ਸੁਣ ਲੈਂਦੇ ਇਦਾਂ ਦੀਆਂ ਗੱਲਾਂ, ਸਮਾਜਿਕ ਆਗੂ ਰਾਜਨੀਤਿਕ ਆਗੂ ਵੀ ਕਰ ਹੀ ਲੈਂਦੇ ਗੱਲਾਂ, ਉਹ ਵੀ ਤਾਂ 45 ਮਿੰਟ ਦਾ ਭਾਸ਼ਣ ਦਿੰਦੇ ਆ। ਗੱਲ ਕਹਿਣੀ ਆਉਣੀ ਚਾਹੀਦੀ, ਗੱਲ ਕਹਿਣੀ ਆਉਣੀ ਕਲਾਤਮਕ ਤਰੀਕੇ ਜਿਸ ਵਿਧਾ 'ਚ ਤੁਸੀਂ ਕਰ ਰਹੇ ਹੋ। ਜੇ ਤੁਸੀਂ ਰੰਗਮੰਚ ਵਿੱਚ ਕਰ ਰਹੇ ਹੋ ਤੇ ਲੋਕਾਂ ਨੂੰ ਲੱਗਣਾ ਚਾਹੀਦਾ ਕਿ ਨਾਟਕ ਪੇਸ਼ ਹੋ ਰਿਹਾ, ਰੰਗਮੰਚ ਪੇਸ਼ ਹੋ ਰਿਹਾ। ਸੋ ਉਹਦੇ ਲਈ ਵੀ ਤੁਹਾਨੂੰ ਐਕਸਰਸਾਈਜ਼ ਕਰਨ ਦੀ ਲੋੜ ਹੈ ਬਤੌਰ ਲੇਖਕ। ਤੁਸੀਂ ਉਹ ਵੀ ਲੇਖਕ ਕਿੰਨੇ ਕੁ ਸੱਚੇ ਲੱਗਦੇ ਤੁਹਾਨੂੰ? ਸਾਰੇ ਲੇਖਕਾਂ ਦਾ ਤਾਂ ਮੈਂ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਨਾ ਤਾਂ ਇਲਜ਼ਾਮ ਦੇ ਸਕਦਾ ਲੇਖਕਾਂ ਦੇ ਉੱਤੇ, ਨਾ ਹੀ ਮੈਂ ਕੋਈ ਬਹੁਤ ਜ਼ਿਆਦਾ ਹਿੱਕ ਠੋਕ ਕੇ ਕਹਿ ਸਕਦਾ। ਪਰ ਫਿਰ ਵੀ ਉਹੀ ਗੱਲ ਹੈ ਕਿ ਜਿੱਦਾਂ ਹੁੰਦਾ ਨਾ ਕਿ ਆਪਾਂ ਨੂੰ ਬਹੁਤ ਸਾਰੀ ਬੁਰਾਈ ਨਜ਼ਰ ਆ ਰਹੀ ਹੁੰਦੀ ਹੈ, ਬਹੁਤ ਸਾਰਾ ਪ੍ਰਚਾਰ ਹੋ ਰਿਹਾ ਹੁੰਦਾ ਉੱਦਾਂ, ਤੇ ਅੱਛਾਈ ਸੱਚਾਈ ਚੰਗਾ ਜਿਹੜਾ ਹੈਗਾ ਉਦੋਂ ਵੀ ਕਾਇਮ ਰਹਿੰਦਾ, ਜਿਉਂਦਾ ਰਹਿੰਦਾ ਹੈ। ਹੁਣ ਵੀ ਬਹੁਤ ਸਾਰੇ ਲੇਖਕ ਇਹੋ ਜਿਹੇ ਨੇ, ਬਹੁਤ ਸਾਰੇ ਗਜ਼ਲਗੋ ਨੇ ਇਹੋ ਜਿਹੇ ਨੇ ਜਿਹੜੇ ਐਸੀ ਗਜ਼ਲ ਲਿਖ ਰਹੇ ਨੇ ਜਿਹੜੀ ਲੋਕਾਈ ਦੇ ਨਾਲ ਜੁੜੀ ਹੋਈ ਗਜ਼ਲ ਲਿਖ ਰਹੇ ਨੇ। ਬਹੁਤ ਸਾਰੇ ਕਵੀ ਨੇ ਜਿਹੜੇ ਹਿੱਕ ਠੋਕ ਕੇ ਕਵਿਤਾ ਦੇ ਵਿੱਚ ਗੱਲ ਕਹਿ ਰਹੇ ਨੇ, ਕਹਾਣੀਕਾਰ ਨੇ, ਸਮਾਜਿਕ ਪਰਤਾਂ ਫਰੋਲਦੇ ਨੇ, ਨਾਵਲਕਾਰ ਨੇ, ਨਾਟਕਕਾਰ ਨੇ, ਹੈਗੇ ਨੇ। ਸਾਰੇ ਨਹੀਂ ਕਹਿ ਸਕਦੇ ਆਪਾਂ, ਲੇਕਿਨ ਹੈਗੇ ਨੇ, ਬਹੁਤ ਸਾਰੇ ਹੈਗੇ ਨੇ, ਬਚਿਆ ਹੋਇਆ ਬਹੁਤ ਕੁਛ। ਪਰ ਲੱਗਦਾ ਨਹੀਂ ਵੀ ਇਹ ਜਿਹੜੇ ਪੁਰਸਕਾਰ ਆ ਇਹਨਾਂ ਲੇਖਕਾਂ ਵਿੱਚ ਬਹੁਤ ਖਲਾਰਾ ਪਾਤਾ? ਪੁਰਸਕਾਰ ਦੇ ਮਾਮਲੇ 'ਚ ਨਾ ਮੇਰਾ ਸਿੱਧਾ ਜਿਹਾ ਇੱਕ ਕਹਿੰਦਾ ਮਤਲਬ ਕਿ ਹੈਗਾ ਥਿਊਰੀ ਹੈ ਕਿ ਪੁਰਸਕਾਰ ਕੋਲ ਲੇਖਕ ਚੱਲ ਕੇ ਨਾ ਜਾਵੇ, ਪੁਰਸਕਾਰ ਲੇਖਕ ਕੋਲ ਚੱਲ ਕੇ ਆਵੇ ਤੇ ਫਿਰ ਲੇਖਕ ਕਬੂਲ ਕਰੇ ਤੇ ਫਿਰ ਕੋਈ ਇਤਰਾਜ਼ ਨਹੀਂ ਉਹਦੇ ਲਈ, ਹੈ ਨਾ। ਜੇ ਪੁਰਸਕਾਰ ਤੁਹਾਡੇ ਕੋਲ ਚੱਲ ਕੇ ਆਉਂਦਾ, ਪਰ ਜੇ ਤੁਹਾਡਾ ਫੋਕਸ ਹੀ ਇਸ ਤੇ ਹੈ ਕਿ ਤੁਸੀਂ ਫਲਾਣੀ ਚੀਜ਼ ਲਿਖਣੀ ਹੋਏ ਜ਼ੋਰ ਲਾ ਕੇ ਹੈ ਤੇ ਲਿਖਦੇ ਲਿਖਦੇ ਆਲੇ ਦੁਆਲੇ ਇੱਕ ਪ੍ਰਚਾਰ ਵੀ ਇਹੋ ਜਿਹਾ ਕਰਨਾ, ਇੱਕ ਤਾਣਾ ਬਾਣਾ ਵੀ ਬੁਣਨਾ, ਇੱਕ ਨੈਕਸਸ ਵੀ ਖੜਾ ਕਰਨਾ ਸਾਰਾ ਕਿ ਇਹ ਮੈਂ ਲਿਖ ਰਿਹਾ ਭਾਈ, ਮੈਂ ਬਹੁਤ ਕਮਾਲ ਦੀ ਚੀਜ਼ ਲਿਖ ਰਿਹਾ ਭਾਈ, ਮੈਂ ਤੇ ਆਹ ਲਿਖ ਰਿਹਾ, ਮੈਂ ਤੇ ਉਹ ਲਿਖ ਰਿਹਾ, ਪਹਿਲੇ ਮਤਲਬ ਸਾਰਿਆਂ ਨੂੰ ਕਿ ਪੈਨਲ 'ਚ ਕੌਣ ਬੈਠਾ ਉੱਥੇ ਕਿਹਨੇ ਕੀ ਕਰਨਾ, ਫਿਰ ਤੁਸੀਂ ਕਿਤੇ ਨਾ ਕਿਤੇ ਪਲੀਤ ਹੋ ਜਾਓਗੇ। ਸਿਰਫ ਇਹ ਨਹੀਂ ਕਿ ਤੁਸੀਂ ਉੱਦਾਂ ਕੋਈ ਬੇਈਮਾਨੀ ਕਰ ਰਹੇ ਹੋ, ਕਰਪਸ਼ਨ ਕਰ ਰਹੇ ਹੋ, ਤੁਸੀਂ ਆਪਣੀ ਰਚਨਾ ਨੂੰ ਵੀ ਪਲੀਤ ਕਰ ਬੈਠੋਗੇ ਕਿਉਂਕਿ ਤੁਹਾਡਾ ਧਿਆਨ ਰਚਨਾ ਤੇ ਨਹੀਂ ਰਹੇਗਾ। ਕਿ ਤੁਸੀਂ ਜੇ ਤਾਂ ਸ਼ੁੱਧ ਲੇਖਕ ਹੋ ਕੇ ਤੁਸੀਂ ਰਚਨਾ ਰਚ ਰਹੇ ਹੋ ਉਸ ਵੇਲੇ ਤੁਹਾਡੇ ਦਿਮਾਗ ਦੇ ਵਿੱਚ ਕੋਈ ਪੁਰਸਕਾਰ ਨਹੀਂ ਹੋਣਾ ਚਾਹੀਦਾ। ਆਪਣੇ ਸ਼ਬਦਾਂ 'ਚ ਜੋ ਮੈਂ ਕਹਿਣਾ ਚਾਹੁੰਦਾ ਸਾਰਾ ਕੁਝ ਕਹਿ ਦਿੱਤਾ। ਪੈਨਲ ਨੂੰ ਵੀ ਦੇਖਿਆ ਜਾਂਦਾ, ਨੈਕਸਸ ਜਿਹੜਾ ਆ ਲੱਗਦਾ ਨਹੀਂ ਪੰਜਾਬ 'ਚ, ਮੈਂ ਪੰਜਾਬ ਦੀ ਗੱਲ ਕਰਾਂਗਾ, ਜਦੋਂ ਅਸੀਂ ਸਾਰਾ ਵਰਤਾਰਾ ਦੇਖਦੇ ਹਾਂ ਕੁਛ ਗਰੁੱਪ ਨੇ ਜਿਹੜੇ ਕੋਈ ਕਿਤੇ ਨਾ ਕਿਤੇ ਉਹਨਾਂ ਨੇ ਹੱਥ ਮਿਲਾਏ ਆ ਵੀ ਇੱਕ ਦੂਸਰੇ ਨੂੰ ਪ੍ਰਮੋਟ ਕਰਨਾ, ਇੱਕ ਦੂਜੇ ਦੀ ਪੁਸਤਕ ਜਿਹੜੀ ਉਹਦੀ ਉਸਤਤ ਕਰਨੀ, ਇੱਕ ਦੂਜੇ ਨੂੰ ਸਨਮਾਨਿਤ ਕਰਨਾ, ਤੇ ਜਿਵੇਂ ਕਿਹਾ ਜਾਂਦਾ ਵੀ ਇੱਕ ਨਾ ਆਧਾਰ ਬਣਾਉਣਾ ਵੀ ਹੁਣ ਸਰਕਾਰੀ ਪੁਰਸਕਾਰ ਜਾਂ ਸਰਕਾਰੀ ਟੁੱਕੜ ਜਿਹੜਾ ਆ ਕਿਵੇਂ ਹਾਸਲ ਕਰਨਾ। ਦੇਖੋ ਜਿਸ ਸਮਾਜ 'ਚ ਅਸੀਂ ਜੀ ਰਹੇ ਹਾਂ ਨਾ ਉਸ ਸਮਾਜ ਤੋਂ ਟੁੱਟ ਕੇ ਕੋਈ ਵੀ ਨਹੀਂ ਜੀ ਸਕਦਾ। ਜਦੋਂ ਸਮਾਜਿਕ ਢਾਂਚਾ ਇਹੋ ਜਿਹਾ, ਸਮਾਜਿਕ ਢਾਂਚਾ ਇੰਨਾ ਗੁੰਝਲਦਾਰ ਬਣਿਆ ਹੋਇਆ ਨਾ ਤੇ ਉਹ ਲੇਖਕ ਵੀ ਉਹਦਾ ਹਿੱਸਾ ਵੀ ਹੈ ਤੇ ਮਨੁੱਖ ਵੀ ਹੈ, ਹਿਊਮਨ ਵੀ ਉਹ ਹੈਗਾ। ਤਾਂ ਨੈਚੁਰਲੀ ਉਹ ਕੁਰੀਤੀਆਂ ਲੇਖਕ ਵਰਗ 'ਚ ਵੀ ਆਉਣਗੀਆਂ, ਕਲਾਕਾਰ ਵਰਗ 'ਚ ਵੀ ਆਉਣਗੀਆਂ। ਪਰ ਜੇ ਤੁਸੀਂ ਆਪਣੇ ਆਪ ਨੂੰ ਹਰ ਰੋਜ਼ ਪ੍ਰੈਕਟਿਸ 'ਚ ਪਾਉਂਦੇ ਹੋ ਕਿ ਮੈਂ ਕਲਮ ਕਿਉਂ ਚੁੱਕੀ ਹੋਈ ਹੈ, ਮੈਂ ਜੇ 4 ਅੱਖਰ ਲਿਖਣ ਦਾ ਹੁਨਰ ਕੁਦਰਤ ਨੇ ਮੈਨੂੰ ਦਿੱਤਾ ਤਾਂ ਮੈਂ ਲਿਖ ਕਿਹਦੇ ਲਈ ਰਿਹਾ। ਜੇ ਮੈਂ ਸਟੇਜ ਉੱਤੇ ਨਿੱਤ ਚੜ੍ਹ ਕੇ ਨਾਟਕ ਕਰਦਾ ਤਾਂ ਮੈਂ ਕਿਉਂ ਕਰ ਰਿਹਾ, ਕਿਹਦੇ ਲਈ ਕਰ ਰਿਹਾ, ਮੇਰਾ ਮਕਸਦ ਕੀ ਹੈ। ਜੇ ਤੁਸੀਂ ਡੇਲੀ ਇਸ ਸਵਾਲ ਦੇ ਸ਼ੀਸ਼ੇ 'ਚ ਅੱਗੇ ਖੜ੍ਹ ਕੇ ਰੂਬਰੂ ਹੁੰਦੇ ਹੋ ਫਿਰ ਮੇਰਾ ਨਹੀਂ ਖਿਆਲ ਤੁਹਾਡਾ ਧਿਆਨ ਕਿਸੇ ਹੋਰ ਚੀਜ਼ ਵੱਲ ਨੂੰ ਜਾਏਗਾ, ਫਿਰ ਤੁਹਾਡਾ ਧਿਆਨ ਉਸ ਚੀਜ਼ ਪਾਸੇ ਨੂੰ ਰਹੇਗਾ। ਲੇਕਿਨ ਹੈਗਾ ਆ ਬੜਾ ਅਫਸੋਸ ਹੁੰਦਾ, ਬੜਾ ਦੁੱਖ ਹੁੰਦਾ ਜਦੋਂ ਇਹੋ ਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਕਿ ਫਲਾਣਾ ਪੈਨਲ ਸੀ, ਫਲਾਣੇ ਪੈਨਲ 'ਚ ਬੰਦਾ ਬੈਠਾ ਸੀ ਤੇ ਉਹਦੇ ਘਰ ਦੇ ਕਿਸੇ ਜੀ ਨੂੰ ਪੁਰਸਕਾਰ ਦਿੱਤਾ ਗਿਆ ਤੇ ਫਲਾਣੇ ਬੰਦੇ ਨੇ ਜਦੋਂ ਪੁਰਸਕਾਰ ਲੈਣਾ ਸੀ ਉਹ ਪੈਨਲ ਤੋਂ ਬਾਹਰ ਆ ਗਿਆ, ਥੋੜੇ ਦਿਨ ਪਹਿਲੇ ਉਹਨੇ ਰਿਜ਼ਾਈਨ ਕਰਤਾ, ਫਿਰ ਪੁਰਸਕਾਰ ਮਿਲ ਗਿਆ, ਫਿਰ ਆਪਾਂ ਪੈਨਲ 'ਚ ਆ ਗਏ। ਸੋ ਇਹ ਸਾਰੀਆਂ ਚੀਜ਼ਾਂ ਨਾ ਕਿਤੇ ਪੂਰੇ ਵਰਗ ਨੂੰ ਢਾਹ ਲਾਉਂਦੀਆਂ। ਜਿਹੜਾ ਸਮਾਜ ਬੈਠਾ, ਜਿਹੜਾ ਸਾਡੇ ਵੱਲੋਂ ਐ ਨਜ਼ਰਾਂ ਚੱਕ ਕੇ ਦੇਖਦਾ ਵੀ ਯਾਰ ਫਲਾਣਾ ਲੇਖਕ ਹੈ, ਉਹ ਸਟੇਜ ਉੱਤੇ ਲੇਖਕ ਬੈਠਾ ਸੀ, ਫਲਾਣਾ ਲੇਖਕ ਬੈਠਾ ਸੀ ਜਾਂ ਕਲਾਕਾਰ ਬੈਠਾ ਸੀ, ਜਦੋਂ ਉਹਦੇ ਤੱਕ ਇੱਦਾਂ ਦੀਆਂ ਪਰਤਾਂ ਜਾਂਦੀਆਂ ਫਿਰ ਉਹ ਜਿਹੜਾ ਇੱਜ਼ਤ ਮਾਣ ਵਾਲਾ ਸਿਰ ਹੈ ਨਾ ਉਹ ਨੀਵਾਂ ਹੁੰਦਾ। ਫਿਰ ਅਗਲਾ ਤਾਂ ਜੇ ਤੁਸੀਂ ਵੀ ਸਾਡੇ ਵਰਗੇ ਨਿਕਲੇ ਵੀ ਇਹ ਚੋਰੀਆਂ ਯਾਰੀਆਂ ਇੱਦਾਂ ਦੀਆਂ ਜਿਹੜੀ ਲਿਹਾਜ਼ਦਾਰੀਆਂ ਇਹ ਤਾਂ ਫਿਰ ਸਾਰੇ ਕਰਦੇ ਆ, ਫਿਰ ਆਪਾਂ ਪੁਲਿਸ ਨੂੰ ਕਾਹਦੇ ਲਈ ਬਦਨਾਮ ਕਰਦੇ ਹਾਂ, ਪੋਲੀਟੀਸ਼ੀਅਨਸ ਨੂੰ ਕਾਹਦੇ ਲਈ ਬਦਨਾਮ ਕਰਦੇ ਹਾਂ। ਫਿਰ ਤਾਂ ਠੀਕ ਹੈ ਵੀ ਤੁਸੀਂ ਵੀ ਇਸੇ ਦਾ ਹੋਏ। ਲੇਖਕ ਨਹੀਂ ਹੋਣਾ ਚਾਹੀਦਾ ਚਾਹੇ ਜੋ ਮਰਜ਼ੀ ਹੋ ਜੇ। ਜੇ ਲੇਖਕ ਇਸ ਚੀਜ਼ ਦੇ ਉੱਤੇ ਲੱਗਾ ਰਿਹਾ, ਮੈਂ ਆਪਣੀ ਗਰੰਟੀ ਆਪਣੇ ਆਪ 'ਤੇ ਲੈਣਾ, ਤਾਂ ਪੁਰਸਕਾਰ ਕਿਤੇ ਨਹੀਂ ਜਾਂਦੇ। ਡਿਪੈਂਡ ਕਰਦਾ ਤੁਸੀਂ ਕਿਸ ਪੁਰਸਕਾਰ ਨੂੰ ਪੁਰਸਕਾਰ ਸਮਝਦੇ ਹੋ। ਮੈਂ ਥੋੜ੍ਹੇ ਦਿਨ ਪਹਿਲਾਂ ਦੀ ਘਟਨਾ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ। ਮੈਂ ਜਦੋਂ ਵੀ ਉਸ ਘਟਨਾ ਬਾਰੇ ਕਿਸੇ ਨਾਲ ਗੱਲ ਕਰਦਾ ਮੈਂ ਭਾਵੁਕ ਹੋ ਜਾਂਦਾ, ਮੇਰਾ ਸਾਰਾ ਪਰਿਵਾਰ ਭਾਵੁਕ ਹੁੰਦਾ ਉਸ ਗੱਲ ਨੂੰ ਸੁਣ ਕੇ। ਮੈਂ ਪੰਜਾਬ ਦੇ ਇੱਕ ਪਿੰਡ ਦੇ ਵਿੱਚ, ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈ, ਮਹਿਲਾ, ਸ਼ਾਇਦ ਮਹਿਲਾ ਚੌਂਕ ਨੂੰ ਮਹਿਲਾ ਚੌਂਕ ਕਹਿੰਦੇ ਹੈ ਨਾ, ਉੱਥੇ ਸ਼ੋਅ ਸੀ, ਸਮਾਂ ਵਾਲੀ ਡਾਂਗ ਨਾਟਕ ਦਾ ਸ਼ੋਅ ਸੀ। ਮੈਂ ਸ਼ੋਅ ਕਰਨ ਗਿਆ, ਜਿੱਦਾਂ ਪਿੰਡਾਂ 'ਚ ਜਾਂਦਾ ਹੀ ਹਾਂ, ਮੈਂ ਤਿਆਰ ਕੀਤੀ, ਸ਼ੋਅ ਕੀਤਾ। ਜਿਵੇਂ ਸ਼ੋਅ ਖਤਮ ਹੋਇਆ ਲੋਕੀ ਇੱਦਾਂ ਸਟੇਜ ਵੱਲ ਨੂੰ ਵਧੇ, ਜਿਸ 'ਚ ਔਰਤਾਂ ਵੀ ਸੀ, ਭੈਣਾਂ ਵੀ ਸੀ, ਮਾਤਾਵਾਂ ਵੀ ਸੀ, ਬੱਚੇ ਵੀ ਸੀ, ਬਜ਼ੁਰਗ ਵੀ ਸੀ, ਯੰਗ ਮੁੰਡੇ ਕੁੜੀਆਂ ਵੀ ਸੀਗੇ, ਅਤੇ ਜਿਹੜੇ ਪ੍ਰਬੰਧਕ ਸੀ ਉਹ ਵੀ। ਉਹ ਅਚਾਨਕ ਵਧੇ ਅਤੇ ਉਹਨਾਂ ਨੇ ਫੁੱਲਾਂ ਦੀ
ਬਾਰਿਸ਼ ਕਰਨੀ ਮੇਰੇ ਤੇ ਸ਼ੁਰੂ ਕਰਤੀ। ਤੇ ਮੇਰਾ ਤਰੀਕਾ, ਮੈਂ ਨਾਟਕ ਖਤਮ ਕਰਨ ਤੋਂ ਬਾਅਦ ਨਾ ਇਦਾਂ ਲੋਕਾਂ ਨੂੰ ਨਮਸਕਾਰ ਕਰਦਾ ਬੈਠ ਕੇ ਗੋਡਿਆਂ ਭਰ ਹੋ ਕੇ। ਮੈਂ ਉੱਥੇ ਬੈਠਾ ਹੀ ਰਹਿ ਗਿਆ 5 ਮਿੰਟ ਲਈ। ਉਹ ਮੇਰੇ ਸਿਰ ਤੇ ਫੁੱਲ ਸੁੱਟੀ ਗਏ ਤੇ ਮੇਰਾ ਸਿਰ ਹੋਰ ਝੁਕੀ ਗਿਆ ਉਹਨਾਂ ਦੇ ਪਿਆਰ ਦੇ ਅੱਗੇ। ਇਸ ਪੁਰਸਕਾਰ ਤੋਂ ਹੋਰ ਵੱਡਾ ਪੁਰਸਕਾਰ ਕਿਹੜਾ ਹੋ ਸਕਦਾ ਕਿ ਜਦੋਂ ਲੋਕ ਤੁਹਾਨੂੰ ਇਦਾਂ ਸਨਮਾਨਿਤ ਕਰਨਾ ਸ਼ੁਰੂ ਕਰ ਦੇਣ, ਲੋਕਾਂ ਨੂੰ ਲੱਗੇ ਵੀ ਯਾਰ ਆਹ ਲੇਖਕ ਆ ਕਲਾਕਾਰ ਸਾਡਾ ਹੈ, ਸਾਡੀ ਗੱਲ ਕਰਦਾ ਹੈ, ਸਾਡੇ ਅੰਦਰਲੀ ਗੱਲ ਕਰਦਾ ਹੈ, ਸਾਡੀ ਜਿਹੜੀ ਜੋ ਕੁਝ ਅਸੀਂ ਹੰਢਾ ਰਹੇ ਹਾਂ ਉਹਨੂੰ ਕਿਤੇ ਸਾਡੇ ਸਾਹਮਣੇ ਉਸੇ ਤਰੀਕੇ ਨਾਲ ਪੇਸ਼ ਕਰਦਾ। ਲੇਕਿਨ ਸਾਡਾ ਜਿਹੜਾ ਹੈਗਾ ਧਰਤੀ ਤੋਂ 1 ਇੰਚ ਪੈਰ ਉੱਪਰ ਵੀ ਚੁੱਕਦਾ ਹੈ, ਸਾਡੀ ਸਮਝ ਦਾ ਕੋਈ ਦੁਆਰ ਖੋਲਦਾ ਵੀ ਹੈ। ਓਨਾ ਹੀ ਨਹੀਂ ਪੇਸ਼ ਕਰਦਾ ਜਿੰਨਾ ਸਾਨੂੰ ਪਹਿਲੇ ਨਾਟਕ ਤੋਂ ਪਤਾ ਸੀ। ਨਾਟਕ ਕੋਈ ਨਵੀਂ ਚੇਤਨਾ ਵੀ ਸਾਨੂੰ ਦੇ ਕੇ ਜਾ ਰਿਹਾ ਹੈ। ਜਿਵੇਂ ਤੁਸੀਂ ਇਹ ਸ਼ਬਦ ਬੋਲ ਰਹੇ ਸੀ, ਮੈਨੂੰ ਉਹ ਨਾ ਫੁੱਲਾਂ ਦੀਆਂ ਪੱਤੀਆਂ ਡਿੱਗਦੀਆਂ ਤੁਹਾਡੇ ਦੇ ਦਿਸ ਰਹੀਆਂ ਸੀ। ਜੀ ਤੇ ਮੈਨੂੰ ਲੱਗਦਾ ਵੀ ਉਹ ਫੁੱਲ ਜਿਹੜੇ ਸੀ ਉਹਨਾਂ ਦੇ ਫੁੱਲਾਂ ਦੇ ਰੂਪ 'ਚ ਸਿਆਣਪ ਗਿਰਦੀ ਪਈ ਸੀ। ਜੀ ਮੈਂ ਤੁਹਾਨੂੰ ਸਵਾਲ ਹੀ ਕਰਨਾ ਚਾਹੁੰਦਾ, ਇੱਕ ਸਮਾਂ ਆਇਆ ਵਿਧਾਨ ਸਭਾ ਦੇ ਇਲੈਕਸ਼ਨ 'ਚ ਪੰਜਾਬ ਦੇ ਲੋਕਾਂ ਨੇ ਕੋਈ ਨਹੀਂ ਦੇਖਿਆ ਵੀ ਇਹ ਵਿਧਾਇਕ ਦਾ ਨਾਂ ਕੀ ਹੈ, ਇਹਦੀ ਜਾਤ ਕੀ, ਇਹਦੀ ਪਾਤ ਕੀ ਹੈ। ਇੱਕੋ ਸੋਚ ਕੇ ਵੀ ਬਦਲ ਲਿਆਉਣਾ ਪੰਜਾਬ 'ਚ, ਵੱਡੇ ਵੱਡੇ ਢਾਹ ਕੇ ਤੇ 92 ਵਿਧਾਇਕ ਬਣਾਤੇ, ਆਮ ਆਦਮੀ ਪਾਰਟੀ ਦੀ ਸਰਕਾਰ ਬਣਾਤੀ। ਕਿਉਂਕਿ ਇਹ ਮਿੱਥ ਵੀ ਹੈ ਵੀ ਪੰਜਾਬ ਦੇ ਲੋਕਾਂ ਨੇ ਆਪ ਨੂੰ ਨਹੀਂ ਜਿਤਾਇਆ, ਪੰਜਾਬ ਦੇ ਲੋਕਾਂ ਨੇ ਕਾਂਗਰਸ, ਬੀਜੇਪੀ ਤੇ ਅਕਾਲੀਆਂ ਨੂੰ ਹਰਾਇਆ। ਉਹ ਮੈਂ ਇਹ ਪੁੱਛਣਾ ਚਾਹੁੰਦਾ, ਉਹ ਕਿੰਨੀ ਕੁ ਸਿਆਣਪ ਸੀ। ਉਸ ਤੋਂ ਬਾਅਦ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ, ਉਹਦੇ ਨਾਲ ਇੱਕ ਗੱਲ ਜੁੜ ਜਾਂਦੀ ਹੈ ਵੀ ਸਰਕਾਰ ਵੱਲੋਂ ਜਿਹੜੀ ਉਹਦੀ ਸਿਕਿਉਰਿਟੀ ਵਾਪਸ ਲਈ ਸੀ ਉਹ ਲੀਕ ਕਰਨ ਕਰਕੇ ਗੈਂਗਸਟਰਾਂ ਨੇ ਉਹਦਾ ਲਾਭ ਉਠਾ ਲਿਆ, ਉਹਦੀ ਮੌਤ ਹੋ ਗਈ। ਸਰਕਾਰ ਦੇ ਵਿਰੁੱਧ ਇੱਕ ਆਵਾਜ਼ ਜੀ ਉੱਠ ਪਈ ਤੇ ਨਾਲ ਹੀ ਸੰਗਰੂਰ ਦੀ ਇਲੈਕਸ਼ਨ ਹੋਈ, ਜਿਮਨੀ ਚੋਣ ਲੋਕ ਸਭਾ ਦੀ, ਤੇ ਲੋਕਾਂ ਨੇ ਦੇਖਿਆ ਵੀ ਸਿਮਰਨਜੀਤ ਸਿੰਘ ਮਾਨ ਕੌਣ ਆ, ਉਹਨੂੰ ਜਿਤਾਤਾ ਤੇ ਜਿਹਨੂੰ 92 ਤੇ ਜਿਤਾਇਆ ਸੀ ਉਹਨੂੰ ਹਰਾਤਾ। ਹੁਣ 2-4 ਇੰਸੀਡੈਂਟ ਨੇ ਪੰਜਾਬ ਦੇ। ਇੱਕ ਅਟਾਰੀ ਦਾ MLA ਜਸਵਿੰਦਰ ਸਿੰਘ ਆਪਣੇ ਪਿੰਡ ਜਾਂਦਾ, ਜਿਵੇਂ MLA ਜਾਂਦੇ ਨੇ ਤੇ ਲੋਕ ਪੈ ਗਏ, ਕਹਿੰਦੇ ਗਲੀਆਂ ਗੁਲੀਆਂ ਦੀ ਗੱਲ ਨਾ ਕਰੋ, ਤੁਸੀਂ ਇਹ ਦੱਸੋ ਵੀ ਅੱਜ ਵੀ ਡਰੱਗ ਕਿਉਂ ਵਿਕਦੀ ਹੈ। ਜੇ ਪਿੰਡ ਨੂੰ ਦੇਖਦਾ ਵੀ ਡਰੱਗ ਫਲਾਣਾ ਵੇਚਦਾ, ਫਿਰ ਪੁਲਿਸ ਤੇ ਤੁਹਾਨੂੰ ਕਿਉਂ ਨਹੀਂ ਦਿਸਦੀ। ਜਦੋਂ ਪੰਜਾਬ ਦਾ ਇੱਕ ਮੰਤਰੀ ਜੀਰੇ ਜਾਂਦਾ, ਸ਼ਰਾਬ ਦੀ ਫੈਕਟਰੀ ਦੇ ਬਾਹਰ ਜਿਹੜਾ ਧਰਨਾ ਮਾਰ ਕੇ ਬੈਠੇ, ਉਹ ਉਠਾਉਣ ਦੀ ਉੱਥੇ ਅਪੀਲ ਕਰਨ ਜਾਂ ਸਰਕਾਰ ਨਾਲ ਜਿਹੜੀ ਗੱਲ ਹੋਈ ਉਹ ਦੱਸਣ, ਤੇ ਇੱਕ ਮਾਈਕ ਫੜ ਕੇ ਕਹਿੰਦਾ ਵੀ ਮੰਤਰੀ ਸਾਹਿਬ ਤੁਸੀਂ ਕਹਿੰਦੇ ਜੇ ਵੀ ਸਾਡਾ ਤੇ ਮੁੱਖ ਮੰਤਰੀ ਆਮ ਘਰ ਚੋਂ ਆਇਆ, ਪਰ ਹੁਣ ਆਮ ਘਰ ਦਾ ਨਹੀਂ ਰਿਹਾ, ਉਹ ਤੇ ਬਾਦਲਾਂ ਤੇ ਕੈਪਟਨ ਤੋਂ ਵੱਧ ਸਿਕਿਉਰਿਟੀ ਲਈ ਫਿਰਦਾ। ਇਹਨੂੰ ਸਿਆਣਪ ਕਵਾਂਗੇ, ਕੀ ਕਵਾਂਗੇ? ਦੇਖੋ, ਇੱਕ ਚੀਜ਼ ਤਾਂ ਹੈਗੀ ਹੈ, ਜਿਹੜਾ ਪੋਲੀਟੀਕਲ ਨੈਕਸਸ ਹੈ, ਕਿਉਂ ਕਿੱਦਾਂ, ਇਹਦੇ ਤਾਂ ਪਹਿਲਾਂ ਵੀ ਆਪਾਂ ਇਸ ਇੰਟਰਵਿਊ 'ਚ ਡਿਸਕਸ ਕਰ ਚੁੱਕੇ ਹਾਂ ਨਾ, ਕਿ ਸਿਸਟਮ ਇੰਨਾ ਕੁ ਕਰਪਟ ਹੋਇਆ ਹੋਇਆ, ਉਹਦੇ 'ਚ ABCD ਉਹ ਬੈਠੀ ਜਾਂਦਾ ਤੇ ਉਹ ਚੱਲੀ ਜਾਂਦੀ ਰੇਸ ਹੈ ਨਾ। ਲੇਕਿਨ ਜਿਹੜੇ ਲੋਕ ਜਿਹੜੇ ਗਲਮੇ ਨੂੰ ਪੈ ਰਹੇ ਨੇ, ਜਿਹੜੇ MLA ਨੂੰ ਘੇਰ ਰਹੇ ਨੇ, ਜਾਂ ਮੁੱਖ ਮੰਤਰੀ ਨੂੰ ਵੀ ਘੇਰ ਲੈਣਗੇ ਕਿਸੇ ਦਿਨ, ਜਾਂ ਲੋਕੀ ਪ੍ਰਦਰਸ਼ਨ ਡੇਲੀ ਕਰ ਰਹੇ ਨੇ, ਜਿਨ੍ਹਾਂ ਲੋਕਾਂ ਬਾਰੇ ਇਹ ਕਿਹਾ ਜਾ ਰਿਹਾ ਵੀ ਯਾਰ ਇਹ ਪ੍ਰਦਰਸ਼ਨ ਹੀ ਕਰੀ ਜਾਂਦੇ ਨੇ, ਹੁਣ ਇਹ ਨੇਤੀ ਘੋਲ ਆ ਜਾਂਦੇ ਆ, ਕਿਸਾਨ ਜਥੇਬੰਦੀਆਂ ਬਾਰੇ ਕਹਿਤਾ ਜਾਂਦਾ ਵੀ ਇਹਨਾਂ ਨੂੰ ਆਦਤ ਹੀ ਪੈ ਗਈ ਜਾਂ ਫੈਸ਼ਨ ਬਣ ਗਿਆ। ਇਹ ਅਸਲ 'ਚ ਬਹੁਤ ਹੀ ਇੱਕ ਪੋਜ਼ਿਟਿਵ ਪੱਖ ਹੈ। ਜਦੋਂ ਦਿੱਲੀ ਦਾ ਮੋਰਚਾ ਚੱਲਦਾ ਸੀ, ਸਾਰੇ ਆਗੂ ਨੂੰ ਸਵਾਲ ਹੋਏ ਸੀ, ਉਹਨਾਂ 'ਚ ਇੱਕ ਪ੍ਰਮੁੱਖ ਆਗੂ ਸੀ ਜੋਗਿੰਦਰ ਸਿੰਘ ਉਗਰਾਹਾਂ। ਉਹਨੂੰ ਕਿਸੇ ਨੇ ਪੱਤਰਕਾਰ ਨੇ ਸਵਾਲ ਪੁੱਛਿਆ ਸੀ ਵੀ ਤੁਸੀਂ ਜਿੱਤ ਦੇ ਕੀ ਅਰਥ ਸਮਝਦੇ ਹੋ ਇਸ ਮੋਰਚੇ 'ਚੋਂ। ਉਹਨੇ ਇੱਕ ਜਵਾਬ ਬਹੁਤ ਖੂਬਸੂਰਤ ਸੀਗਾ ਉਹਦਾ, ਉਹ ਕਹਿ ਰਿਹਾ ਸੀ ਵੀ ਇਹਦੇ ਵਿੱਚੋਂ ਹੋਰ ਜੋ ਨਿਕਲੇਗਾ ਉਹ ਤੇ ਸਮਾਂ ਦੱਸੇਗਾ, ਲੇਕਿਨ ਇੱਕ ਚੀਜ਼ ਮੈਨੂੰ ਸਾਫ਼ ਦਿਸਦੀ ਇਹਦੇ ਵਿੱਚੋਂ ਜਿਹੜੀ ਨਿਕਲੇਗੀ ਕਿ ਹੁਣ ਜਿਹੜੇ ਪੋਲੀਟੀਕਲ ਆਗੂ ਨੇ ਉਹ ਕਿਸੇ ਵੀ ਪਾਰਟੀ ਦੇ ਹੋਣ, ਉਹਨਾਂ ਦਾ ਵੈਲਕਮ ਪਿੰਡਾਂ ਵਿੱਚ ਉੱਦਾਂ ਨਹੀਂ ਹੋਏਗਾ ਹੁਣ ਪਰੰਪਰਾਗਤ ਢੰਗ ਨਾਲ ਜਿੱਦਾਂ ਪਹਿਲਾਂ ਹੁੰਦਾ ਸੀ। ਹੁਣ ਲੋਕਾਂ ਨੂੰ ਸਵਾਲ ਕਰਨੇ ਆ ਗਏ ਨੇ ਤੇ ਹੁਣ ਲੋਕੀ ਸਵਾਲ ਕਰਨਾ ਸਿੱਖ ਰਹੇ ਨੇ, ਹਾਲੇ ਪੂਰੀ ਤਰ੍ਹਾਂ ਨਹੀਂ ਸਿੱਖ ਗਏ। ਮੇਰਾ ਵੀ ਐਨਾਲਿਸਿਸ ਇਹ ਹੈਗਾ ਕਿ ਪੰਜਾਬ ਦੇ ਲੋਕ ਸਵਾਲ ਕਰਨ ਵਾਲੇ ਪਾਸੇ ਨੂੰ ਤੁਰ ਰਹੇ ਨੇ। ਹੌਲੀ ਹੌਲੀ ਅਸੀਂ ਸਿੱਖਣਾ ਆ ਕਿ ਇਹਨਾਂ ਸਵਾਲਾਂ ਨੂੰ ਤਿੱਖੇ ਕਿੱਦਾਂ ਕਰਨਾ, ਤੇ ਤਿੱਖੇ ਰੱਖਦਿਆਂ ਹੋਇਆਂ ਵੀ ਤਹਿਜ਼ੀਬ ਦਾ ਪੱਲਾ ਕਿੱਦਾਂ ਫੜੀ ਰੱਖਣਾ ਜ਼ਰੂਰੀ ਹੈ। ਉਹ ਦੋ ਚੀਜ਼ਾਂ ਬਹੁਤ ਜ਼ਰੂਰੀ ਨੇ, ਹੈ ਨਾ। ਕਿਉਂਕਿ ਅਸੀਂ ਪੰਜਾਬੀ ਜਿਹੜੇ ਹੈਗੇ ਆ, ਅਸੀਂ ਇਹ ਨਹੀਂ ਵੀ ਇਕੱਲੀ ਜੁਝਾਰੂ ਕੌਮ ਹੀ ਆ, ਅਸੀਂ ਇੱਕ ਸਿਆਣਪ ਕੌਮ ਹੈ, ਸਿਰਾਂ ਵਾਲੀ ਕੌਮ ਹੈ। ਸਾਨੂੰ ਗੁਰੂਆਂ ਨੇ ਸਾਨੂੰ ਉਪਦੇਸ਼ ਦਿੱਤਾ, ਸਾਨੂੰ ਸਿਖਾਇਆ ਕਿ ਜਿਹੜਾ ਸਿਰ ਹੈ ਉਹਨੂੰ ਹਮੇਸ਼ਾ ਸਲਾਮਤ ਰਹਿਣਾ, ਹੈ ਨਾ। ਸਿਰ ਦੇ ਅੰਦਰ ਜਿਹੜੀ ਗੱਲ ਹੈ ਉਹ ਤਰੀਕੇ ਨਾਲ ਜਾਣੀ ਚਾਹੀਦੀ, ਲੋਕਾਂ ਵਿੱਚ ਜਾਣੀ ਚਾਹੀਦੀ। ਆਪਸੀ ਭਾਈਚਾਰੇ ਦੀ ਗੱਲ ਸਾਡੇ ਪੰਜਾਬੀਆਂ ਕੋਲ ਬਹੁਤ ਹੈ, ਸਾਡੀ ਤਾਕਤ ਹੈ। ਸੋ ਉਹ ਸਵਾਲ ਜਿਹੜੇ ਉੱਠ ਕੇ ਖੜੇ ਹੋ ਰਹੇ ਨੇ, ਜਿਹੜਾ MLA ਨੂੰ ਘੇਰ ਕੇ ਪੁੱਛਦੇ ਵੀ ਤੂੰ ਸਾਨੂੰ ਦੱਸ ਵੀ ਡਰੱਗ ਕਿਉਂ ਨਹੀਂ ਖਤਮ ਹੋਈ, ਉਹ ਸਵਾਲ ਚੱਲਦੇ ਜਦੋਂ ਕੇਂਦਰ ਦੀ ਸੱਤਾ ਤੱਕ ਪਹੁੰਚ ਜਾਣਗੇ, ਲੋਕੀ ਜਦੋਂ ਗਲਮੇ ਤੋਂ ਫੜ ਕੇ ਪੁੱਛਣਗੇ ਕਿ 15 ਲੱਖ ਰੁਪਈਆ ਭਾਈ ਕਿੱਥੇ ਗਿਆ, ਜਿਹਨੂੰ ਤੁਸੀਂ ਰਾਜਸੀ ਜੁਮਲਾ ਕਹਿ ਕੇ ਤੇ ਠੁਕਰਾਤਾ, ਤੇ ਅਗਲੀ ਵਾਰੀ ਜਦੋਂ ਉਦਾਂ ਦਾ ਜੁਮਲਾ ਲੈ ਕੇ ਆਉਂਗੇ ਤੁਹਾਨੂੰ ਸਵਾਲ ਕਰਾਂਗੇ। ਇਹ ਚੇਤਨਾ ਦਾ ਹਾਲੇ ਪਹਿਲਾ ਪੜਾਅ ਹੈ।
ਹਲੇ ਹਲੇ ਇਹ ਰਾਜਸੀ ਚੇਤਨਾ ਦਾ ਪਹਿਲਾ ਪੜਾਅ ਹੈ। ਉਸ ਤੋਂ ਅਗਲੇ ਪੜਾਵਾਂ ਵੱਲ ਪੰਜਾਬ ਨੂੰ ਮੈਂ ਵੱਧਦਾ ਹੋਇਆ ਦੇਖ ਰਿਹਾ, ਲੇਕਿਨ ਪੋਲੀਟੀਕਲ ਫੋਰਸਸ ਇੰਨੀਆਂ ਤਕੜੀਆਂ ਹੁੰਦੀਆਂ ਕਿ ਜਦੋਂ ਕਿਸੇ ਚੰਗੇ ਪਾਸੇ ਨੂੰ ਤੁਰਦੇ ਨੇ ਤੇ ਉਹ ਪਤਾ ਵੀ ਨਹੀਂ ਲੱਗਣ ਦਿੰਦੇ ਕਿਹੜੇ ਵੇਲੇ ਧੌਣ ਫੜ ਕੇ ਨਾ ਦੂਜੇ ਪਾਸੇ ਨੂੰ ਵੀ ਨਾਲ ਦੀ ਨਾਲ ਹੀ ਤੋਰੀ ਰੱਖਦੇ ਨੇ ਤੇ ਲੋਕਾਂ ਨੂੰ ਪਤਾ ਵੀ ਨਹੀਂ ਲੱਗਦਾ। ਲੋਕਾਂ ਨੂੰ ਵਿਚਾਰਿਆਂ ਨੂੰ ਬਹੁਤ ਲੇਟ ਸਮਝ ਆਉਂਦੀ ਹੈ ਵੀ ਯਾਰ ਆਹ ਜਿਹੜਾ ਅਸੀਂ ਨਾਲ ਇੱਕ ਆਹ ਚੰਗੀ ਚੀਜ਼ ਵਾਪਰਦੀ ਦੇਖ ਰਹੇ ਸੀ, ਇਹ ਤੇ ਪੰਪਲ ਭੂਸਾ ਸੀ, ਇਹ ਤੇ ਸਾਰਾ ਕੁਝ ਜਿਹੜਾ ਅੱਗੇ ਨੂੰ ਤੁਰਿਆ ਸੀ ਉਹਨੂੰ ਘੁਮਾ ਕੇ ਪਿੱਛੇ ਨੂੰ ਲਿਆਉਣ ਵਾਲੀ ਗੱਲ ਸੀ। ਉਸ ਪੱਖੋਂ ਪੰਜਾਬੀ ਹਾਲੇ ਚਤਨ ਨਹੀਂ ਹੋਏ। ਸੋ ਸਾਹਿਬ ਜੀ ਬਹੁਤ ਮਿਹਰਬਾਨੀ, ਸਮਾਂ ਇਜਾਜ਼ਤ ਨਹੀਂ ਦਿੰਦਾ, ਗੱਲਾਂ ਤੋੜਨ ਨੂੰ ਵੀ ਜੀ ਨਹੀਂ ਕਰਦਾ। ਸੋ ਡਾਕਟਰ ਸਾਹਿਬ ਸਿੰਘ ਉਹਨਾਂ ਨੂੰ ਤੁਸੀਂ ਸੁਣਿਆ, ਉਹਨਾਂ ਨੇ ਇਹ ਗੱਲ ਕਹੀ ਹੈ ਪੰਜਾਬ ਥੋੜ੍ਹਾ ਸਿਆਣਾ ਹੋਇਆ, ਪਰ ਜਿੰਨਾ ਚੇਤੰਨ ਹੋਣਾ ਚਾਹੀਦਾ ਉਹਨਾਂ ਨਹੀਂ ਹੋਇਆ। ਦੇਖਦੇ ਹੁਣ ਪੰਜਾਬ ਪੂਰਾ ਸਿਆਣਾ ਕਦੋਂ ਹੁੰਦਾ।